श्री वाहेगुरु जी। वाहेगुरु जी वाहेगुरु वाहेगुरु साहिब जी ओ। तेरे कवन कवन गुण कह गावा, तेरे 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 कवन कवन गुण कह गावा। तू साहिब गुणी निदान, तुमरी महिमा वाहिगुरु जी। तुमरी महिमा बरन न सको, तू ठाकुर ऊंच भगवाना। तुमरी महिमा बरन न सको, तू ठाकुर ऊंच भगवाना। गुरु प्यारी साध संगत जी, वाहिगुरु जी का खालसा वाहिगुरु जी की फतेह। ਅੱਜ ਦਾ ਦਿਨ ਸਮੁੱਚੇ ਸੰਸਾਰ ਦੀਆਂ ਮਾਵਾਂ ਨੂੰ ਸਮਰਪਿਤ ਹੈ। ਕਹਿਣ ਨੂੰ ਮਦਰਸ ਡੇ ਅਸੀਂ ਬੋਲ ਸਕਦੇ ਹਾਂ, ਪਰ ਜੇ ਦੇਖਿਆ ਜਾਏ ਬਲਹਾਰ ਜਾਈਏ ਉਸ ਸੋਚ ਤੋਂ, ਕੁਰਬਾਨ ਜਾਈਏ ਉਸ ਸੋਚ ਤੋਂ ਜਿਹਦੇ ਦਿਮਾਗ ਦੇ ਵਿੱਚ ਇਹ ਥੋਟ ਪੈਦਾ ਹੋਇਆ ਕਿ ਘੱਟ ਤੋਂ ਘੱਟ ਇੱਕ ਦਿਨ ਤਾਂ ਮਾਂ ਨੂੰ ਦੇ ਦਈਏ, ਇੱਕ ਦਿਨ ਤਾਂ ਪਿਓ ਨੂੰ ਦੇ ਦਈਏ। ਮਦਰਸ ਡੇ, ਫਾਦਰਸ ਡੇ, ਇਹਨਾਂ ਦੀ ਲੋੜ ਕਿਉਂ ਪਈ? ਵਿਚਾਰਨ ਵਾਲੀ ਗੱਲ। ਅਸੀਂ ਕਿੰਤੂ ਪਰੰਤੂ ਤਾਂ ਬੜੀ ਜਲਦੀ ਕਰ ਦਿੰਦੇ ਹਾਂ। ਇਹ ਮਰਿਆਦਾ ਵਿੱਚ ਨਹੀਂ ਹੈਗਾ ਜੀ। ਮਰਿਆਦਾ ਵਿੱਚ ਤਾਂ ਬਹੁਤ ਕੁਝ ਨਹੀਂ ਹੈ, ਫਿਰ ਵੀ ਸਾਰਾ ਕੁਝ ਕਰੀ ਜਾਂਦੇ ਆਪਾਂ। ਮਰਿਆਦਾ ਵਿੱਚ ਤਾਂ ਬੜਾ ਕੁਝ ਨਹੀਂ ਹੈਗਾ, ਕਰ ਤਾਂ ਸਾਰਾ ਕੁਝ ਰਹੇ ਹਾਂ। ਇੱਕ ਦਿਨ ਜੇ ਮਾਂ ਦੇ ਨਾਂ 'ਤੇ, ਪਿਓ ਦੇ ਨਾਂ 'ਤੇ, ਬੱਚਿਆਂ ਦੇ ਨਾਂ 'ਤੇ ਇਹਦੀ ਲੋੜ ਕਿਉਂ ਪਈ? ਸਭ ਤੋਂ ਵੱਡਾ ਸਵਾਲ ਇਹ ਹੈ, ਆਖਿਰ ਕਿਉਂ ਲੋੜ ਪਈ ਇਹ ਸਭ ਕੁਝ ਕਰਨ ਦੀ? ਆਪਾਂ ਅੱਜ 2022 ਦੇ ਵਿੱਚ ਜ਼ਿੰਦਗੀ ਜੀ ਰਹੇ ਹਾਂ, 400 ਸਾਲ ਪਿੱਛੇ ਚੱਲਾਂਗੇ ਆਪਾਂ। ਇਹ ਹੁਣ ਦਾ ਰੋਗ ਨਹੀਂ ਹੈ, ਇੱਕ ਬਹੁਤ ਵੱਡਾ ਰੋਗ ਪੈਦਾ ਹੋਇਆ ਸੀ, ਉਹਦਾ ਇਲਾਜ ਹੈ। ਜਿਵੇਂ ਬਿਮਾਰੀ ਪੈਦਾ ਹੁੰਦੀ ਨਾ, ਕਿਸੇ ਨੂੰ ਪਤਾ ਸੀ ਕੋਵਿਡ ਆਏਗਾ ਅਤੇ ਵੈਕਸੀਨ ਬਣੀ ਹੈ। ਇਹ ਮਦਰਸ ਡੇ, ਫਾਦਰਸ ਡੇ, ਚਿਲਡਰਨਸ ਡੇ, ਇਹ ਵੀ ਇੱਕ ਵੈਕਸੀਨ ਦੀ ਤਰ੍ਹਾਂ ਹੀ ਹੈ। ਆਪਾਂ ਵਿਚਾਰ ਕਰਾਂਗੇ ਕਿਵੇਂ ਵੈਕਸੀਨ ਦੀ ਤਰ੍ਹਾਂ, ਅਤੇ ਬਿਮਾਰੀ ਕਿਹੜੀ ਹੈ, ਰੋਗ ਕਿਹੜਾ ਚੰਬੜਿਆ, ਜਿਸ ਰੋਗ ਦੀਆਂ ਦਵਾਈਆਂ ਬਣੀਆਂ ਨੇ। ਇਹ ਰੋਗ ਕੋਈ ਨਵੇਂ ਨਹੀਂ ਲੱਗੇ। ਆਪਾਂ ਭਾਈ ਗੁਰਦਾਸ ਜੀ ਨੂੰ ਪੁੱਛਾਂਗੇ, ਭਾਈ ਗੁਰਦਾਸ ਜੀ ਜਵਾਬ ਦੇਣਗੇ ਹਰ ਗੱਲ ਦਾ। ਧੰਨ ਧੰਨ ਭਾਈ ਗੁਰਦਾਸ ਜੀ ਪਤਾ ਕੌਣ ਹੋਏ? ਜਿਨ੍ਹਾਂ ਨੇ ਆਪਣੇ ਸੋਹਣੇ ਹੱਥਾਂ ਨਾਲ, ਪਵਿੱਤਰ ਹੱਥਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਿਆ, ਬਾਣੀ ਲਿਖੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਕੇ ਮਾਮਾ ਜੀ ਸਨ, ਅਤੇ ਉਹਨਾਂ ਨੇ ਅੱਜ ਤੋਂ 400 ਸਾਲ ਪਹਿਲਾਂ ਹਾਲਾਤ ਬਿਆਨ ਕੀਤੇ ਹੈ, ਘਰਾਂ ਦੇ ਹਾਲਾਤ। ਦੇਖੋ, ਕੋਈ ਵੀ ਜਦੋਂ ਦਿਨ ਸਮਰਪਿਤ ਕੀਤਾ ਜਾਂਦਾ ਹੈ ਨਾ, ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ।
ਇੱਕ ਬਹੁਤ ਵੱਡਾ ਰੀਜ਼ਨ ਹੁੰਦਾ ਹੈ। ਐਵੇਂ ਨਹੀਂ ਦਿਨ ਬਣਾਏ ਜਾਂਦੇ। ਤੇ ਹਰ ਗੱਲ ਨੂੰ ਗੁਰਮਤ ਨਾਲ ਜੋੜਨਾ, ਸਿੱਖ ਰਹਿਤ ਮਰਿਆਦਾ ਨਾਲ ਜੋੜਨਾ, ਇਹ ਵੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ, ਚੰਗੀ ਗੱਲ ਨਹੀਂ ਹੈ। ਜ਼ਿੰਦਗੀ ਦੀ ਹਰ ਇੱਕ ਚੀਜ਼ ਗੁਰਮਤ ਨਾਲ ਜੁੜੇ, ਪਰ ਕੰਟਰੋਵਰਸੀ ਕਰਕੇ ਨਹੀਂ, ਲੌਜੀਕਲ ਜੁੜੇ। ਕੰਟਰੋਵਰਸੀ ਕ੍ਰੀਏਟ ਕਰਨ ਦੇ ਨਾਲ ਕੀ ਹੁੰਦਾ, ਬੰਦਾ ਨਾ ਗੁਰਮਤ ਦਾ ਹੀ ਰਿਹਾ, ਨਾ ਮਨਮਤ ਦਾ ਹੀ, ਪਤਾ ਹੀ ਨਹੀਂ ਕਿਹੜੇ ਪਾਸੇ ਤੁਰ ਪੈਂਦਾ। ਸੋ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਦਰਸ ਡੇ ਅੱਜ ਜਿਹੜਾ ਦਿਨ ਵਿਸ਼ੇਸ਼ ਹੈ ਨਾ, ਇਹ ਸਾਰੇ ਸੰਸਾਰ ਦੀਆਂ ਮਾਵਾਂ ਨੂੰ ਸਮਰਪਿਤ ਦਿਨ ਹੈ। ਇਹਦੇ ਬਾਰੇ ਵਿਚਾਰ ਕਰਾਂਗੇ ਆਪਾਂ। ਤੇ ਭਾਈ ਗੁਰਦਾਸ ਜੀ ਨੇ ਕਿੰਨੇ ਸੋਹਣੇ ਬਚਨ, ਮਾਂ ਦੇ ਪਰਉਪਕਾਰ, ਮਾਂ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਹੈ, ਮਾਂ ਨੇ ਕਿਸ ਤਰ੍ਹਾਂ ਦੁੱਖ ਹੰਡਾਏ, ਮਾਂ ਨੇ ਕਿਵੇਂ ਕਿਵੇਂ ਕਰਕੇ ਸਾਨੂੰ ਪਾਲਿਆ ਤੇ ਪਲੋਸਿਆ, ਤੇ ਫਿਰ ਅਸੀਂ ਉਹਨਾਂ ਦੇ ਨਾਲ ਕੀ ਕਰਦੇ ਹਾਂ। ਉਹ ਸਾਰਾ ਕੁਝ ਭਾਈ ਗੁਰਦਾਸ ਜੀ ਦੀ ਵਾਰ ਤੋਂ ਸਾਨੂੰ ਪਤਾ ਲੱਗਣਾ ਹੈ। ਸੋ ਮਹਾਰਾਜ ਕਿਰਪਾ ਕਰੇ, ਸੱਚੇ ਪਾਤਸ਼ਾਹ ਸਾਨੂੰ ਇਹ ਮੱਤ ਬੁੱਧ ਸਮਰਥਾ ਬਖਸ਼ਿਸ਼ ਕਰ ਦੇਣ। ਗੱਲ ਤੇ ਸਤਿਕਾਰ ਦੀ ਹੈ, ਗੱਲ ਰੈਸਪੈਕਟ ਦੀ ਹੈ। ਜਿਹੜੇ ਇਹ ਸਪੈਸ਼ਲ ਦਿਨ ਬਣਾਏ ਜਾਂਦੇ ਇਸੇ ਕਰਕੇ ਬਣਾਏ ਜਾਂਦੇ, ਆਪਾਂ ਮਾਂ ਬਾਪ ਦਾ ਸਤਿਕਾਰ ਕਰ ਲਈਏ, ਕਿਸੇ ਤਰੀਕੇ ਨਾਲ ਕਰ ਲਈਏ। ਘਾਟ ਹੋਈ ਹੈ ਤਾਂ ਹੀ ਦਿਨ ਬਣੇ ਆ, ਕੋਈ ਬਿਮਾਰੀ ਪੈਦਾ ਹੋਈ ਤਾਂ ਹੀ ਦਵਾਈ ਬਣੀ ਹੈ। ਜੇ ਚੰਗੇ ਤਰੀਕੇ ਨਾਲ ਆਪਾਂ ਸਤਿਕਾਰ ਕਰਦੇ, ਰੈਸਪੈਕਟ ਕਰਦੇ ਮਾਂ ਬਾਪ ਦੀ, ਦਿਨ ਨਹੀਂ ਬਣਨੇ ਸੀ। ਇਹ ਬਣਾਏ ਗਏ, ਕਿਉਂ ਬਣਾਏ ਗਏ? ਕਿਉਂਕਿ ਕਮੀ ਲੱਗੀ ਹੈ। ਮਹਿਸੂਸ ਹੋਇਆ ਕਿ ਕਿਤੇ ਨਾ ਕਿਤੇ ਬੱਚੇ ਸਾਲ ਪਿੱਛੇ ਇੱਕ ਅੱਧੀ ਵਾਰੀ ਮਾਂ ਬਾਪ ਨੂੰ ਯਾਦ ਕਰ ਲੈਣ। ਸਾਲ ਦਾ ਟਾਈਮ ਲੱਭਦਾ ਹੀ ਨਹੀਂ, ਮਿਲਦਾ ਹੀ ਨਹੀਂ ਟਾਈਮ। ਭੁੱਲੀ ਬੈਠੇ ਆ ਕਿ ਮਾਂ ਬਾਪ ਨਾਂ ਦੀ ਚੀਜ਼ ਵੀ ਕੋਈ ਦੁਨੀਆ 'ਚ ਹੈਗੀ ਹੈ। ਮਾਂ ਬਾਪ ਦੁਨੀਆ ਦੇ ਵਿੱਚ ਹੈਗੇ, ਅਸੀਂ ਭੁੱਲੀ ਬੈਠੇ ਹਾਂ। ਇੱਕ ਦਿਨ ਜਿਹੜਾ ਉਹ ਮਾਂ ਬਾਪ ਨੂੰ ਸਮਰਪਣ ਕੀਤਾ ਹੈ, ਸਮਰਪਿਤ ਕੀਤਾ ਹੈ। ਤੇ ਇਸ ਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਹੈ ਕਿ ਸਤਿਗੁਰਾਂ ਦੀ ਹਜ਼ੂਰੀ 'ਚ ਬੈਠ ਕੇ ਆਪਾਂ ਅਰਦਾਸ ਕਰ ਰਹੇ ਹਾਂ। ਇਸ ਤੋਂ ਵਧੀਆ ਹੋਰ ਕੋਈ ਤਰੀਕਾ ਹੋ ਸਕਦਾ? ਤਮਾਮ ਜਹਾਨ ਦੀਆਂ ਮਾਵਾਂ ਵਾਸਤੇ ਇਹ ਸੋਹਣਾ ਉਪਰਾਲਾ ਬੀਬੀਆਂ ਭੈਣਾਂ ਮਾਤਾਵਾਂ ਨੇ ਕੀਤਾ ਹੈ। ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਤੇ ਇਹੀ ਗੁਰਮਤ ਹੈ। ਦੇਖੋ, ਮਨਮਤ ਨੂੰ ਵੀ ਗੁਰਮਤ ਵਿੱਚ ਕਨਵਰਟ ਕਰ ਲਓ, ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ? ਚਲੋ ਮੰਨ ਵੀ ਲਿਆ 1% ਇਹ ਮਨਮਤ ਹੈ, ਪਰ ਹੁਣ ਤਾਂ ਗੁਰਮਤ ਹੋ ਗਈ ਨਾ। ਗੁਰੂ ਨਾਨਕ ਦੀ ਬਾਣੀ ਆਪਾਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਗਾ ਰਹੇ ਹਾਂ, ਵਿਚਾਰ ਰਹੇ ਹਾਂ। ਹੁਣ ਕਿੱਥੇ ਮਨਮਤ ਰਹਿ ਗਈ? ਹੁਣ ਤੇ ਗੁਰਮਤ ਬਣ ਗਈ ਹੈ। ਜਿਹੜਾ ਕੰਮ ਗੁਰੂ ਦੀ ਮੱਤ ਦੇ ਨਾਲ ਫਿੱਟ ਬੈਠਦਾ ਹੋਵੇ, ਸ਼ੁਰੂ ਹੋ ਜਾਵੇ, ਉੱਥੇ ਚਲਿਆ ਜਾਵੇ, ਫਿਰ ਉਹ ਮਨਮਤ ਨਹੀਂ ਰਹਿੰਦੀ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਨੀ, ਪਰਮਾਤਮਾ ਅੱਗੇ ਦੋਦੜੀ ਕਰਨੀ, ਇਹ ਗੁਰਮਤੀ ਹੈ। ਸੋ ਆਓ ਆਪਾਂ ਸ਼ਬਦ ਸਰਵਣ ਕਰਦੇ ਹਾਂ। ਥੋੜ੍ਹਾ ਜਿਹਾ ਮੀਨਿੰਗ ਦੇਖ ਲਈਏ ਆਪਾਂ, ਫਿਰ ਸੁਣਨ ਵਾਸਤੇ ਨਾ ਆਨੰਦ ਆਏਗਾ ਸੁਣਨ ਵੇਲੇ। ਇਹ ਭਾਈ ਗੁਰਦਾਸ ਜੀ ਦੀ ਵਾਰ ਹੈ। ਕਹਿੰਦੇ, ਮਾਤ ਪਿਤਾ ਮਿਲ ਨਿੰਮਿਆ, ਆਸਾਵੰਤੀ ਉਦਰ ਮਝਾਰੇ। ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਨਾ, ਇੱਕ ਵਾਰੀ ਪੁੱਛ ਕੇ ਦੇਖੋ। ਅੱਜ ਕੱਲ੍ਹ ਤਾਂ ਖੈਰ ਫੀਲਿੰਗਸ ਜਿਹੜੀ ਉਹ ਬਿਲਕੁਲ ਡੈਡ ਹੋਈ ਜਾਂਦੀ ਹੈ, ਖਤਮ ਹੋਈ ਜਾ ਰਹੀ ਹੈ। ਪਰ ਪੁਰਾਣੇ ਸਮੇਂ ਦੇ ਵਿੱਚ ਫੀਲਿੰਗਸ ਦੇ ਵਿੱਚ ਜ਼ਿੰਦਗੀ ਜੀਂਦੇ ਸੀ ਲੋਕ, ਅੰਦਰ ਭਾਵਨਾ ਹੁੰਦੀ ਸੀ। ਅਤੇ ਜਿਨ੍ਹਾਂ ਦੇ ਘਰ ਬੱਚੇ ਨਹੀਂ ਹੁੰਦੇ, ਇੱਕ ਵਾਰੀ ਪੁੱਛ ਕੇ ਦੇਖੋ ਕਿੰਨੇ ਦੁੱਖ ਉਹਨਾਂ ਨੂੰ। ਦੁਨੀਆ ਦੇ ਤਾਨੇ, ਹੋਰ ਪਤਾ ਨਹੀਂ, ਰਿਸ਼ਤੇਦਾਰ ਵੀ ਕਹਿਣਾ ਸ਼ੁਰੂ ਕਰ ਦਿੰਦੇ, ਕੀ ਗੱਲ ਬੱਚਾ ਨਹੀਂ ਹੋ ਰਿਹਾ। ਬੜਾ ਕੁਝ ਇੰਡੀਆ ਵਿੱਚ ਤਾਂ ਅੱਜ ਵੀ ਹੈ, ਸ਼ਾਇਦ ਇੱਥੇ ਨਾ ਹੋਵੇ। ਇੰਡੀਆ ਵਿੱਚ ਤਾਂ ਹੈਗਾ ਅਜੇ ਵੀ। ਉੱਥੇ ਤਾਂ ਜੇ ਔਰਤ ਦੇ ਬੱਚਾ ਨਾ ਹੋਵੇ, ਉਹਨੂੰ ਬਾਂਝ ਕਹਿੰਦੇ, ਬਾਂਝ ਹੈਗੀ। ਭਾਈ ਗੁਰਦਾਸ ਜੀ ਕਹਿੰਦੇ ਬਹੁਤ ਸੁਖਣਾ ਸੁੱਖ ਕੇ ਅਰਦਾਸਾਂ ਕਰਕੇ ਤੇ ਮਾਂ ਦੇ ਪੇਟ ਵਿੱਚ ਬੱਚਾ ਰਹਿ ਗਿਆ, ਗਰਭ ਧਾਰਨ ਕਰ ਲਿਆ ਮਾਂ ਨੇ। ਇਹ ਹੁਣ ਪੂਰੀ ਗੱਲ ਵਿਆਹ ਵੀ ਹੋਏਗਾ, ਬੱਚੇ ਦਾ ਵਿਆਹ ਵੀ ਦੇਖਿਓ, ਫਿਰ ਵਿਛੋੜਾ ਕਿੱਦਾਂ ਹੁੰਦਾ ਮਾਂ ਬਾਪ ਤੋਂ। ਇਹ ਸਾਰਾ ਕੁਝ ਵਾਰਾਂ ਵਿੱਚ ਲਿਖਿਆ ਹੋਇਆ, ਪਰ ਪੜ੍ਹਦੇ ਹੀ ਨਹੀਂ ਆਪਾਂ। ਪੜ੍ਹੀਏ ਤਾਂ ਸਹੀ, ਪਤਾ ਲੱਗਦਾ। ਕਹਿੰਦੇ ਮਾਤਾ ਪਿਤਾ ਨੇ ਬਹੁਤ ਅਰਦਾਸਾਂ ਬੇਨਤੀਆਂ ਕਰਕੇ, ਅਕਾਲ ਪੁਰਖ ਅੱਗੇ ਅਰਦਾਸਾਂ ਕਰਕੇ ਇੱਕ ਬੱਚੇ ਦੀ ਯੋਜਨਾ ਬਣਾਈ। ਚਲੋ ਬੱਚਾ ਪੇਟ ਦੇ ਵਿੱਚ ਆ ਗਿਆ, ਮਾਂ ਨੇ ਗਰਭ ਧਾਰਨ ਕੀਤਾ। ਤੇ ਮਾਂ ਪਿਓ ਦੇ ਜਿਹੜੇ ਮਾਂ ਦੇ ਉਪਕਾਰ ਹੈ ਨਾ, ਉਹ ਆਪਾਂ ਵਿਚਾਰੀਏ। ਫਿਰ ਕਹਿੰਦੇ ਜਦੋਂ ਬੱਚਾ ਪੇਟ ਦੇ ਵਿੱਚ ਆਇਆ ਨਾ, ਇੱਕ ਵਾਰੀ ਪਤਾ ਲੱਗ ਜੇ ਕਿ ਹੁਣ ਮੈਂ ਪ੍ਰੈਗਨੈਂਟ ਹੋ ਗਈ ਹਾਂ, ਮੇਰੇ ਪੇਟ ਦੇ ਵਿੱਚ ਬੱਚਾ ਹੈ, ਤੇ ਪਤਾ ਕੀ ਹੁੰਦਾ ਫਿਰ? ਸਮਝ ਲਓ ਉਸੇ ਦਿਨ ਤੋਂ ਮਾਂ ਦੀ ਕੁਰਬਾਨੀ ਸ਼ੁਰੂ ਹੋ ਜਾਂਦੀ ਹੈ। ਉਸੇ ਦਿਨ ਤੋਂ ਇੱਕ ਵਾਰੀ ਪਤਾ ਲੱਗਿਆ ਤੇ ਫਿਰ ਕੀ? ਭਾਈ ਗੁਰਦਾਸ ਜੀ ਕਹਿੰਦੇ ਇਹ 400 ਸਾਲ ਪਹਿਲਾਂ ਦੀ ਗੱਲ ਹੈ। ਭਾਈ ਗੁਰਦਾਸ ਜੀ ਅੱਜ ਤੋਂ ਹੀ, ਹੁਣ ਦੀ ਗੱਲ ਨਹੀਂ ਕਰ ਰਹੇ। 400 ਸਾਲ ਪਹਿਲਾਂ ਬਿਮਾਰੀ ਸ਼ੁਰੂ ਹੋ ਗਈ ਸੀ, ਮਾਂ ਬਾਪ ਦਾ ਸਤਿਕਾਰ ਨਹੀਂ ਕਰਦੇ ਸੀ ਬੱਚੇ। ਤੇ ਉਦੋਂ ਉਹਨਾਂ ਘਰਾਂ ਦੇ ਹਾਲਾਤ ਦੱਸੇ ਹੈ, ਜਿਨ੍ਹਾਂ ਘਰਾਂ ਦੇ ਵਿੱਚ ਪੈਰੈਂਟਸ ਦੀ ਕਦਰ ਨਹੀਂ, ਇੱਜ਼ਤ ਨਹੀਂ, ਮਾਣ ਸਨਮਾਨ ਨਹੀਂ ਹੈ, ਉਹਨਾਂ ਦੀ ਗੱਲ ਕਰ ਰਹੇ। ਕਹਿੰਦੇ ਰਸ ਕਸ ਖਾਏ ਨਿਲਜ ਹੋਏ, ਛੋ ਛੋ ਧਰਨ ਧਰੇ ਪਗ ਧਾਰੇ। ਕਿੰਨਾ ਧਿਆਨ ਰੱਖਦੇ ਹੋ। ਇੱਕ ਵਾਰੀ ਪੇਟ 'ਚ ਬੱਚਾ ਆ ਗਿਆ, ਮਾਂ ਨੂੰ ਪਤਾ ਲੱਗਿਆ ਨਾ, ਸਾਹਮਣੇ ਕੁਝ ਚੀਜ਼ ਰੱਖੀ ਹੋਵੇ ਖਾਣ ਵਾਲੀ, ਤੇ ਜੀਭ ਦੇ ਵਿੱਚ ਪਾਣੀ ਆ ਰਿਹਾ ਹੋਵੇ, ਮੈਂ ਖਾਣੀ ਹੈ, ਨਹੀਂ ਖਾ ਸਕਦੀ, ਕੁਰਬਾਨੀ। ਕਿੰਨਾ ਹੀ ਜੀਅ ਕਰੇ ਖਾਣ ਨੂੰ, ਪਰ ਜੇ ਪੇਟ 'ਚ ਬੱਚਾ, ਹਾਏ ਮੇਰੇ ਬੱਚੇ ਨੂੰ ਨੁਕਸਾਨ ਹੋ ਸਕਦਾ, ਨਹੀਂ ਖਾਂਦੀ।
कंट्रोल कितना करती है। और एक दिन 2 दिन नहीं, 9 महीने कंट्रोल करती है, पूरे 9 महीने। तो उस तो बाद भी सुनियो, कहते रस खस खाए निलज होए छो छो धरन धरे पगतारे। ਜਿਹੜੇ ਪੈਰ ਨਾ 9 ਮਹੀਨੇ ਆਪਣੀ ਚਾਲ ਭੁੱਲ ਜਾਂਦੀ ਹੈ, ਭਾਵੇਂ ਕਿੰਨਾ ਹੀ ਫਾਸਟ ਤੁਰਦੀ ਹੋਵੇ, ਕਿੰਨੇ ਟੱਪੇ ਮਾਰਦੀ ਹੋਵੇ, ਪਰ ਜਦੋਂ ਪੇਟ 'ਚ ਬੱਚਾ ਆ ਗਿਆ 9 ਮਹੀਨੇ ਪੈਰ ਵੀ ਇੱਦਾਂ ਧਰਤਾ, ਇੰਨਾ ਬਹੁਤ ਪਿਆਰ ਨਾਲ, ਕਿਤੇ ਮੇਰੇ ਬੱਚੇ ਨੂੰ ਨੁਕਸਾਨ ਨਾ ਪਹੁੰਚ ਜਾਵੇ। ਦੇਣ ਕੋਈ ਦੇ ਸਕਦਾ ਹੈ ਮਾਂ ਦਾ ਦੁਨੀਆ 'ਚ? ਕਿੱਦਾਂ ਸਾਨੂੰ ਪਾਲਿਆ ਹੋਏਗਾ? ਅਸੀਂ ਭੁੱਲ ਜਾਂਦੇ ਹਾਂ, ਯਾਦ ਹੀ ਨਹੀਂ ਹੈ, ਉਹ ਸਮਾਂ ਭੁੱਲ ਜਾਂਦੇ ਹਾਂ। ਫਿਰ ਕਹਿੰਦੇ पेट विच 10 माह रख पीड़ा खाए। अज का दिन मावां नूं समर्पित है ना, माँ के उपर ही आप विचार करांगे। पेट विच 10 माह रख पीड़ा खाए जने पुत प्यारे। तो पेट दे विच 9 महीने रख के ते 10वें महीने च बच्चा पैदा होंदा है। तो इन्नियां पीड़ा, इन्ना दर्द, बंदा कहता ना मैं मर्द हाँ जी, मर्द को दर्द नहीं होता। कौन कहता तू मर्द है? एक बार औरत को पूछ के देख, माँ को पूछ, जड़ा दर्द उन्हें बर्दाश्त किया शायद तू बर्दाश्त नहीं कर सकता सी। इसे करके बच्चे पैदा करने की ड्यूटी अकाल पुरख ने माँ की लाई है। बंदा नहीं कर सकता पैदा, शायद वो दर्द नहीं बर्दाश्त कर सकता, नहीं कर पाएगा। इन्ना बड़ा दर्द केवल माँ पैदा बर्दाश्त कर सकती है। सो इतनी मजबूती। उस तो बाद कहते जनक पाले कष्ट कर खान पान विच संजम सारे। हुण बच्चा तो पैदा हो गया ना, बच्चा पैदा होने तो बाद में जिम्मेदारी नहीं, अजे नहीं मुक्की जिम्मेदारी, हुण शुरू हुई है। हुण बच्चा पैदा हो गया क्योंकि बच्चे ने माँ का दुध पीना है। फिर की होएगा? सारा खान पान की भी संजम रखती है। संजम माने परहेज करती है। आ खा लिया तो मेरे बच्चे को टट्टियाँ लग जाएगी, आ खा लिया इनू ये हो जाएगा, आ खा लिया इनू ये हो जाएगा। कितना ध्यान रखती है माँ। एक गल ध्यान रखियो, अज की जी भाई दौड़ की जिंदगी है ना, अजकल तो बच्चा पैदा किया तो घर च काम वाली होंगी आपे सांभ लेंदी है। तो फिर बाद में मुड़ के जो असीं इन्वेस्टमेंट किया वही फिर सानू आउटपुट मिलता है। जो इनपुट वही आउटपुट आना है। जे किते माँ की ममता बच्चे को मिली होवे तो बुढ़ापे जाके फिर वही ममता बच्चों वालों मिलेगी, पर ममता दी कोई नहीं। माँ ने हुण भाई दौड़ की जिंदगी है, काम काज करने हैं जी, काम काज करने, करो काम काज। फिर बुढ़ापे जाके बच्चे भी कहते असीं भी काम काज करने, उन्होंने भी तो काम काज करने है ना। जे अज बच्चे असीं पैदा किए 20 साल बाद जाके तो होर लाइफ बहुत फॉरवर्ड हो जाएगी, वो फिर सानू किवें टाइम देणगे? तो असीं अज टाइम नहीं दिता, वो भी नहीं देणगे, क्योंकि उही असीं कट्टना जो असीं बीजांगे, जो असीं बीजा उही असीं कट्टांगे। माँ की गोद, माँ की ममता, माँ की छाती, ये बच्चे को मिलिया ही नहीं, तो फिर असीं बच्चे कोलों कित्थों भालदे ममता? बच्चे ने सानू किद्दां देना? कहते जनक पाले कष्ट कर खान पान विच संजम सारे। इन्ना ध्यान रखती है, इन्ना संजम बरतती है, मेरे बच्चे को कोई नुकसान ना हो। गुड़ती दे प्याल दुध घुट्टी वट्टी दे निहारे। गुड़तियाँ देती है उन्होंने कितना, ये पूरा शब्द जो आप सरवण करांगे ना साध संगत जी, उस तो बाद बच्चा फिर जवान भी होएगा, फिर वह विआह भी होएगा। ये भाई गुरदास जी ने पूरा जीवन दसिया, आप नाल नाल सरवण करांगे। आओ आप थोड़ा जिहा कीर्तन कर लीए, गा लीए, तो नाल नाल सारी संगत कृपा करिए। पेट विच 10 माह रख पीड़ा खाए, पेट विच 10 माह रख पीड़ा खाए, पीड़ा खाए जड़ पुत प्यारे, पीड़ा खाए जड़ पुत प्यारे। पेट विच 10 माह रख पीड़ा खाए, पेट विच 10 माह रख पीड़ा खाए, पीड़ा खाए जड़ पुत प्यारे, पीड़ा खाए जड़ पुत प्यारे। पेट विच 10 माह रख पीड़ा खाए, पेट विच 10
विच जन के पाए कष्ट कर खान पान विच संजम सारे खान पान विच संजम सारे पेट विच 10 माह रख भी न खाए पेट विच 10 माह रख भी न खाए खाना खाए जने पुत प्यारे वीणा खाए पुत प्यारे पेट विच 10 माह रख भी न खाए पेट विच 10 माह रख भी न खाए गुड़ती दे प्याल दूध प्याल दूध गुड़ती दे गुड़ती दे गुड़ती दे प्याल दूध गुड़ती दे प्याल दूध कुटी वटी दे निहारे साधन भोजन ओ किया चंदन मंगन पढ़न चितारे बांधे पास बहा लिया बांधे पास बहा लिया खट लुटाए होए सुचियारे अरणत होए पार उतारे अरणत होए पार उतारे पेट विच 10 माह रख भी न खाए पेट विच 10 माह रख भी न खाए पीड़ा खाए जने पुत प्यारे वीणा खाए जने पुत प्यारे पेट विच 10 माह रख भी न खाए पेट विच 10 माह रख भी न खाए पीड़ा खाए ਸੋ ਬੱਚਾ ਵੱਡਾ ਹੋ ਗਿਆ ਜਦੋਂ 18 20 ਸਾਲ 25 ਸਾਲ ਦਾ ਹੋ ਜਾਂਦਾ ਫਿਰ ਕਹਿੰਦੇ ਉਹਦਾ ਵਿਆਹ ਹੁੰਦਾ ਤੇ ਵਿਆਹ ਪਤਾ ਕਿੱਦਾਂ ਹੁੰਦਾ ਆਓ ਆਪਾਂ ਸੁਣੀਏ ਸਾਰੇ ਇਹ ਮਾਂ ਦੇ ਪਰਉਪਕਾਰ ਨੇ ਕਹਿੰਦੇ ਮਾਤਾ ਪਿਤਾ ਆਨੰਦ ਵਿੱਚ ਪੁੱਤੇ ਦੀ ਕੁੜਮਾਈ ਹੋਈ ਹੁਣ ਵਿਆਹ ਤੇ ਆ ਗਈ ਗੱਲ ਕਿੰਨੀਆਂ ਸੁੱਖਣਾ ਸੁਖਦੀ ਹੈ ਮਾਂ ਸਾਰਾ ਕਾਰਜ ਠੀਕ ਠਾਕ ਨਿਬੜਦੇ ਕੋਈ ਪ੍ਰੋਬਲਮ ਨਾ ਆਵੇ ਅਰਦਾਸਾਂ ਕਰਾਉਣੀਆਂ ਤੇ ਪਹਿਲਾਂ ਤੇ ਰਿਸ਼ਤੇ ਹੀ ਨਹੀਂ ਲੱਭਦੇ ਅੱਜ ਕੱਲ੍ਹ ਰਿਸ਼ਤੇ ਹੀ ਨਹੀਂ ਲੱਭਦੇ ਉਹਦੇ ਵਾਸਤੇ ਅਰਦਾਸਾਂ ਸ਼ੁਰੂ ਹੋ ਜਾਂਦੀ ਕਿਤੇ ਚੰਗਾ ਕੋਈ ਸੰਜੋਗ ਬਣੇ ਕੋਈ ਮਿਹਰ ਹੋਵੇ ਰਿਸ਼ਤਾ ਬਣੇ ਤੇ ਚਲੋ ਮਹਾਰਾਜ ਦੀ ਕਿਰਪਾ ਹੋ ਗਈ ਰਿਸ਼ਤਾ ਮਿਲ ਗਿਆ ਕਹਿੰਦੇ ਮਾਤਾ ਪਿਤਾ ਆਨੰਦ ਵਿੱਚ ਪੁੱਤੇ ਦੀ ਕੁੜਮਾਈ ਹੋਈ ਆਪਣੇ ਬੱਚੇ ਦੀ ਕੁੜਮਾਈ ਰਿਸ਼ਤਾ ਨਾਤਾ ਜਿਹੜਾ ਉਹ ਹੋ ਗਿਆ ਫਿਰ ਕਹਿੰਦੇ ਰਹਿਸੀ ਅੰਗ ਨਾ ਮਾਂ ਵਈ ਗਾਵੇ ਸੋਹਿਣੜੇ ਸੁਕੋਈ ਮਾਂ ਦੀ ਸੋਚ ਕੇ ਦੇਖੀ ਇੱਕ ਵਾਰੀ ਭੁੱਲ ਜਾਂਦੇ ਆਪਾਂ ਸਾਰਾ ਕੁਝ ਵਿਆਹ ਕਰਾ ਕੇ ਬੈਠ ਕੇ ਨਾ ਪਾਸੇ ਹੋ ਕੇ ਹੁਣ ਸਭ ਭੁੱਲ ਗਏ ਆਪਾਂ ਯਾਦ ਹੀ ਨਹੀਂ ਹੈ ਚਾਉਂ ਚਾਉਂ ਕਰਦੀ ਫਿਰਦੀ ਹੈ ਪੂਰੇ ਘਰ ਦੀ ਰੌਣਕ ਹੁੰਦੀ ਹੈ ਮਾਂ ਸੋਚ ਕੇ ਦੇਖੋ
ਆਪਾਂ ਇੱਕ ਗੀਤ ਵੀ ਗਾਵਾਂਗੇ, ਛੋਟਾ ਜਿਹਾ ਗੀਤ ਹੈ, ਕਹਿੰਦੇ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੇ। ਦੇਖੋ, ਹੋ ਸਕਦਾ ਇੱਕ ਵਾਰੀ ਗੁਰੂ ਤੋਂ ਟੁੱਟਿਆ ਬੰਦਾ ਦੁਬਾਰਾ ਫਿਰ ਜੁੜ ਜਾਏ। ਜੇ ਕਿਸੇ ਨੇ ਅੰਮ੍ਰਿਤ ਛਕਿਆ ਨਾ, ਕਿਰਪਾਨ ਤਾਂ ਤੇ ਦੁਬਾਰਾ ਪਾ ਲਏਗਾ। ਹੋ ਸਕਦਾ ਗੁਰੂ ਤੋਂ ਟੁੱਟਿਆ ਬੰਦਾ ਫਿਰ ਦੁਬਾਰਾ ਜੁੜ ਜਾਏ, ਪਰ ਇੱਕ ਵਾਰੀ ਮਾਂ ਚਲੀ ਗਈ ਦੁਬਾਰਾ ਨਹੀਂ ਮਿਲਦੀ। ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੇ, ਨਹੀਂ ਮਿਲਦੀ ਮਾਂ। ਪਰ ਪਰਮਾਤਮਾ, ਸ਼ਾਇਦ ਰੱਬ ਦਾ ਨਾਮ ਵੀ ਮਾਂ ਤੋਂ ਬਿਨਾਂ ਅਧੂਰਾ ਹੈ, ਉਹਦੇ ਵਿੱਚ ਵੀ ਮਾਂ ਆ ਗਈ। ਔਰ ਮਾਂ ਨੂੰ ਇੰਨਾ ਵੱਡਾ ਦਰਜਾ ਸੰਸਾਰ 'ਚ ਮਿਲਿਆ। ਗੁਰਬਾਣੀ ਵਿੱਚ ਲਿਖਿਆ, ਸੋ ਕਿਉਂ ਮੰਦਾ ਆਖੀਏ ਜਿਤ ਜੰਮੈ। ਮਾੜਾ ਕਹਿਣਾ ਵੀ ਨਹੀਂ, ਤੇ ਆਪਾਂ ਤੇ ਸੋਟੀਆਂ ਲੈ ਲੈ ਕੁੱਟਣ ਨੂੰ ਫਿਰਦੇ ਆ। ਕਿੰਨੇ ਡਿਵੋਰਸ ਹੋ ਜਾਂਦੇ, ਕਿੰਨਾ ਕੁਝ ਹੋਈ ਜਾਂਦਾ, ਕਿੰਨੇ ਰਿਸ਼ਤੇ ਟੁੱਟ ਰਹੇ, ਕਾਹਦੇ ਵਾਸਤੇ? ਜੇ ਬੰਦੇ ਦੀ ਤੇ ਔਰਤ ਦੀ ਅਕਲ ਇੱਕੋ ਜਿਹੀ ਹੋਵੇ ਤੇ ਫਿਰ ਕਹਿਣੇ ਕੀ? ਕੁਛ ਨਾ ਕੁਛ ਤੇ ਡਿਫਰੈਂਸ ਹੁੰਦਾ ਹੀ ਹੈ ਨਾ, ਫਰਕ ਤੇ ਹੈਗਾ ਨਾ। ਆਪਾਂ ਸੋਚੇ ਤੂੰ ਮੇਰੀ ਅਕਲ ਨਾਲ ਚੱਲ, ਜਿਵੇਂ ਮੈਂ ਸੋਚਦਾ ਇੱਦਾਂ ਹੀ ਤੂੰ ਸੋਚ, ਨਹੀਂ ਹੋ ਸਕਦਾ ਇੱਦਾਂ। ਸਭ ਦੀ ਸੋਚ ਵੱਖਰੀ ਵੱਖਰੀ ਹੈ, ਅੰਡਰਸਟੈਂਡ ਕਰਨਾ ਪੈਂਦਾ, ਸਮਝਣਾ ਪੈਂਦਾ। ਜੇ ਰਿਸ਼ਤੇ ਨਾਤੇ ਚਲਾਣੇ ਹੈ ਨਾ, ਤੇ ਫਿਰ ਸਮਝਦਾਰੀ ਜੁੜੀ ਚਾਹੀਦੀ। ਮਹਾਰਾਜ ਕਹਿੰਦੇ ਮੰਦਾ ਵੀ ਨਹੀਂ ਕਹਿਣਾ, ਮੂੰਹ ਤੋਂ ਕੋੜਾ ਵੀ ਨਾ ਬੋਲ ਉਹਨੂੰ ਜਿਹਦੇ ਕੋਲ ਇੰਨੀ ਵੱਡੀ ਤਾਕਤ, ਇੰਨੀ ਵੱਡੀ ਪਾਵਰ ਪ੍ਰਮਾਤਮਾ ਨੇ ਦਿੱਤੀ ਹੈ ਨਾ, ਜਿਹੜੀ ਮਾਂ ਨੂੰ, ਉਹਨੂੰ ਮਾੜਾ ਵੀ ਨਾ ਕਹੇ। ਤੇਰੇ ਘਰ ਆਈ ਹੈ, ਤੇਰਾ ਅੰਸ਼ ਵੰਸ਼ ਉਹਨੇ ਚੱਲਣਾ, ਤੇਰੇ ਖਾਨਦਾਨ ਦੀ ਉਹ ਵਾਲੀ ਵਾਰਿਸ ਹੈ, ਉਹਨੇ ਅੱਗੇ ਤੈਨੂੰ ਵਾਰਿਸ ਦੇਣੀ ਹੈ, ਉਹਨੂੰ ਮਾੜਾ ਵੀ ਨਾ ਕਹੇ। ਇੱਕ ਵਾਰੀ ਸੋਚ ਕੇ ਦੇਖੋ, ਜਿਨ੍ਹਾਂ ਦੀਆਂ ਜਵਾਨ ਧੀਆਂ ਵਿਆਹ ਤੋਂ ਬਾਅਦ ਘਰੇ ਆ ਕੇ ਪੈ ਜਾਂਦੀਆਂ ਨਾ ਕਲੇਸ਼ ਦੇ ਵਿੱਚ, ਉਹ ਮਾਂ ਬਾਪ ਦੇ ਉੱਪਰ ਕੀ ਬੀਤਦੀ ਹੁੰਦੀ ਹੈ, ਬਹੁਤ ਔਖਾ ਲੱਗਦਾ ਹੈ। ਸੋ ਗੁਰਬਾਣੀ ਵਿੱਚ ਰੈਸਪੈਕਟ ਦੱਸੀ ਹੈ, ਉਹਦੀ ਇੱਜ਼ਤ ਦੱਸੀ ਹੈ, ਕਦਰ ਦੱਸੀ ਹੈ, ਕਿਵੇਂ ਕਰਨੀ ਹੈ ਮਾਂ ਦੀ ਕਦਰ, ਕਿਵੇਂ ਕਰਨੀ ਹੈ ਘਰ ਵਾਲੀ ਦੀ ਕਦਰ, ਵਾਈਫ ਦੀ ਕਦਰ। ਸੋ ਕਹਿੰਦੇ ਅਰਦਾਸਾਂ ਕੀਤੀਆਂ, ਮਾਂ ਖੁਸ਼ੀਆਂ ਦੇ ਵਿੱਚ ਚਾਂ ਚਾਂ ਕਰਦੀ ਫਿਰਦੀ ਹੈ। ਰਹਿਸੀ ਅੰਗ ਨਾ ਮਾਵੇ, ਗਾਵੇ ਸੋਈ ਲੜੇ ਸੁਖ ਹੋਈ। ਅੰਦਰੋਂ ਭਾਵਨਾ, ਅਰਦਾਸਾਂ ਨਿਕਲਦੀਆਂ, ਵਾਹਿਗੁਰੂ ਸਭ ਸੁੱਖ ਰੱਖੀ, ਅਰਦਾਸ ਕਰਦੀ ਹੈ ਬਾਰ-ਬਾਰ। ਵਿਗਸੀ ਪੁੱਤਰ ਵਿਹਾਈਏ, ਘੋੜੀ ਲਾਵਾਂ ਗਾਉ ਭਲੋਈ। ਤੇ ਚਲੋ ਬੱਚੇ ਦਾ ਵਿਆਹ ਹੋ ਗਿਆ, ਵਿਆਹ ਕਰਾ ਕੇ ਘਰੇ ਲੈ ਕੇ ਆ ਗਏ, ਤੇ ਕੀ ਕੀਤਾ ਫਿਰ ਉਹਨੇ? ਮਾਂ ਨੇ ਕੀ ਕਰਦੀ? ਮਾਂ ਸੁੱਖਾਂ ਸੁੱਖੇ ਮਾਵੜੀ, ਪੁੱਤ ਨੂੰ ਦਾ ਮੇਲ ਅਲੋਈ। ਸੁੱਖਾਂ ਸੁੱਖੇ ਮਾਵੜੀ, ਸੁੱਖਾਂ ਸੁੱਖਦੀ ਹੈ, ਮੇਰੇ ਬੱਚੇ ਸੁਖੀ ਰਹਿਣ, ਮੇਰਾ ਪੁੱਤ ਤੇ ਨੂੰਹ ਜਿਹੜੀ ਹੈ ਇਹ ਘਰ ਦੇ ਵਿੱਚ ਸੁਖੀ ਰਹਿਣ, ਪਿਆਰ ਨਾਲ ਰਹਿਣ। ਤੇ ਫਿਰ ਪਤਾ ਕੀ ਹੋਇਆ? ਕਹਿੰਦੇ ਨਹੁ ਨਿਤ ਕੰਤ ਕੁਮੰਤ ਦੇ, ਵੇਰੇ ਹੋਵਨ ਸੱਸ ਵਿਗੋਈ। ਤੇ ਭੇਜਿਆ ਤੇ ਚੰਗਾ ਹੀ ਸੀ, ਪਰ ਕੁਛ ਹੋਰ ਹੀ ਪੈਦਾ ਹੋ ਜਾਂਦਾ ਕਈ ਵਾਰੀ। ਧਿਆਨ ਰੱਖਿਓ, ਕਦੇ ਵੀ ਆਪਣੀ ਸੱਸ ਨਾਲ, ਸਹੁਰੇ ਨਾਲ ਭੁੱਲ ਕੇ ਵੀ ਕੋਈ ਮਾੜਾ ਵਰਤਾਵਾ ਨਾ ਕਰੀ, ਭੁੱਲ ਕੇ ਵੀ ਨਾ ਕਰੀ। ਮਹਾਰਾਜ ਦੀ ਬਾਣੀ ਵਿੱਚ ਲਿਖਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਕਾਹੇ ਪੂਤ ਝਗਰਤ ਹੋ ਸੰਗ ਬਾਤ, ਕਾਹੇ ਪੂਤ ਝਗਰਤ ਹੋ ਸੰਗ ਬਾਪ। ਕਿਉਂ ਤੂੰ ਮਾਂ ਬਾਪ ਦੇ ਨਾਲ ਝਗੜਦਾ, ਕਿਉਂ ਲੜਾਈਆਂ ਕਰਦਾ, ਕਾਹਦੇ ਵਾਸਤੇ ਕਰਦਾ? ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਪਿਓ ਦੇ ਨਾਲ ਝਗੜਦਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੂੰ ਹੋ। ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ, ਜਣਿਆ ਮੀਨ ਪੈਦਾ ਕੀਤਾ, ਵੱਡੇ ਹੋ ਕੇ ਤੁਹਾਨੂੰ ਪਾਲਿਆ ਪੋਸਿਆ। ਜਿਨ ਕੇ ਜਣੇ ਵਡੀਰੇ ਤੂੰ ਹੋ, ਤਾਂ ਕੋ ਝਗੜਤ ਪਾਪ। ਬਹੁਤ ਵੱਡਾ ਪਾਪ ਲੱਗਣਾ ਤੈਨੂੰ। ਨਾ ਝਗੜਿਆ ਕਰ, ਨਾ ਦੁਖੀ ਕਰ ਉਹਨਾਂ ਆਤਮਾਵਾਂ ਨੂੰ ਜਿਨ੍ਹਾਂ ਆਤਮਾ ਵਿੱਚੋਂ ਤੇਰੇ ਵਾਸਤੇ ਅਰਦਾਸਾਂ ਨਿਕਲੀਆਂ ਨੇ। ਉਸ ਆਤਮਾ ਨੂੰ ਦੁਖੀ ਨਾ ਕਰ। ਸਾਫ਼ ਮਨਾ ਕੀਤੀ ਹੈ ਮਹਾਰਾਜ ਨੇ, ਨਹੀਂ ਨਹੀਂ ਦਿਲ ਦੁਖਾਣਾ ਮਾਂ ਬਾਪ ਦਾ, ਭੁੱਲ ਕੇ ਵੀ ਨਾ ਦੁਖਾਈ। ਤੇ ਸੱਸ ਸਹੁਰੇ ਵੀ ਮਾਂ ਬਾਪ ਦਾ ਰੂਪ ਹੀ ਨੇ। ਵੱਡਿਆਂ ਭਾਗਾਂ ਵਾਲੀ ਭੈਣਾਂ, ਜਿਨ੍ਹਾਂ ਨੂੰ ਪਹਿਲਾਂ ਤੇ ਘਰੇ ਮਾਂ ਬਾਪ ਦਾ ਰੂਪ ਮਿਲਿਆ, ਫਿਰ ਉਸ ਤੋਂ ਬਾਅਦ ਸੱਸ ਸਹੁਰੇ ਮਿਲ ਜਾਂਦੇ ਆ, ਉਹਨਾਂ ਦੇ ਕੋਲ ਰਹਿੰਦੀ ਹੈ। ਸੋ ਰਿਸ਼ਤੇ ਤਾਂ ਸਮਝਦਾਰੀ ਦੇ ਨਾਲ ਹੀ ਚੱਲਦੇ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਹਰ ਇੱਕ ਗੱਲ ਦਾ ਜ਼ਿਕਰ ਹੈ। ਆਪਾਂ ਨੇੜੇ ਆ ਕੇ ਜਦੋਂ ਗੁਰੂ ਜੀ ਨੂੰ ਪੁੱਛਾਂਗੇ ਨਾ, ਸਭ ਕੁਝ ਪ੍ਰਾਪਤੀ ਹੋ ਜਾਂਦੀ ਹੈ। ਹਰ ਇੱਕ ਗੱਲ ਦਾ ਜਵਾਬ ਗੁਰਬਾਣੀ 'ਚ। ਕਹਿੰਦੇ ਨਹੁ ਨਿਤ ਕੰਤ ਕੁਮੰਤ ਦੇ, ਕੰਤ ਕਹਿੰਦੇ ਪਤੀ ਨੂੰ। ਫਿਰ ਹੁਣ ਭਰਨਾ ਸ਼ੁਰੂ ਕਰਤਾ, ਭਰਨਾ। ਤੇਰੀ ਮਾਂ ਇੱਦਾਂ ਕਰਦੀ ਹੈ, ਤੂੰ ਤੇ ਕੰਮ ਤੇ ਚਲੇ ਜਾਂਦਾ, ਪਿੱਛੇ ਤਾਂ ਮੈਨੂੰ ਇੰਨਾ ਦੁਖੀ ਕਰਦੀ ਹੈ, ਇੰਨਾ ਕੁਝ ਕਹਿੰਦੀ ਹੈ, ਬੋਲਦੀ ਹੈ। ਸਾਰੇ ਦਿਨ ਦੀਆਂ ਗੱਲਾਂ, ਫਿਰ ਗੱਲ ਇੰਨੀ ਖੁੰਦੀ ਵਧਾ ਕੇ ਇੰਨੀ ਕਰਕੇ ਉਹਦੇ ਕੰਨ 'ਚ ਪਾਣੀ ਹੈ। ਇਹ 400 ਸਾਲ ਪਹਿਲਾਂ ਬਿਮਾਰੀ ਹੋਈ ਸੀ, ਬਿਮਾਰੀ ਹੈ। ਭਾਈ ਗੁਰਦਾਸ ਜੀ ਨੇ 400 ਸਾਲ ਪਹਿਲਾਂ ਜਿਹੜੀ ਬਾਣੀ ਉਚਾਰਨ ਕੀਤੀ ਹੈ, ਇਹਦੇ ਵਿੱਚ ਉਦੋਂ ਦੇ ਹਾਲਾਤ ਦੱਸੇ ਆ। ਸੋਚ ਕੇ ਦੇਖੋ ਕਿ 350 ਸਾਲ 400 ਸਾਲ ਪਹਿਲਾਂ ਇਹ ਹਾਲਾਤ ਸੀ, ਤੇ ਅੱਜ ਕੀ ਹਾਲ ਹੋਣਗੇ।
ਅੱਜ ਦੇ ਹਾਲਾਤ ਕੋਈ ਚੰਗੇ ਤਾਂ ਨਹੀਂ ਹੋਏ ਹੋਣੇ, ਚੰਗੇ ਹੋਣਗੇ। ਹਾਲਾਤ ਵਿਗੜਦੇ ਜਾ ਰਹੇ, ਸੁਧਰਦੇ ਤਾਂ ਹੈ ਨਹੀਂ। ਸੁਧਰੇ ਹੋਏ ਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ, ਕਿਉਂਕਿ ਜਿੰਨਾ ਬੰਦਾ ਐਜੂਕੇਟਡ ਹੋਈ ਜਾਂਦਾ ਉਹਦੀਆਂ ਹਰਕਤਾਂ ਪੁੱਛੋ ਹੀ ਨਾ। ਪਹਿਲਾਂ ਲੋਕੀ ਭੋਲੇ ਹੁੰਦੇ ਸੀ, ਅਨਪੜ੍ਹ ਜ਼ਰੂਰ ਸੀ ਪਰ ਭੋਲੇ ਸੀ, ਰਿਸ਼ਤੇ ਨਿਭਾ ਜਾਂਦੇ ਸੀ। ਕਹਿੰਦੇ ਸੀ ਜਿਹਦੇ ਨਾਲ ਵਿਆਹ ਹੋ ਗਿਆ ਹੁਣ ਇਹਨੂੰ ਨਹੀਂ ਛੱਡਣਾ। ਅੱਗੇ ਹੋਰ 7 ਜਨਮਾਂ ਦੀ ਉਮੀਦ ਲਾ ਕੇ ਬੈਠੇ ਹੁੰਦੇ ਸੀ, 7 ਜਨਮਾਂ ਤੱਕ ਮੈਨੂੰ ਇਹੀ ਮਿਲੇਗਾ। ਇੱਦਾਂ ਹੀ ਹੁੰਦਾ ਸੀ ਨਾ, 7 ਜਨਮਾਂ ਤੱਕ। ਅੱਜ ਕੱਲ੍ਹ ਤਾਂ ਇਸ ਜਨਮ ਦੀ ਗਾਰੰਟੀ ਨਹੀਂ ਹੁੰਦੀ, ਹੁਣ ਵਿਆਹ ਹੋਇਆ 5-7 ਸਾਲ ਇਕੱਠੇ ਰਹਿਣਗੇ ਵੀ ਕਿ ਨਹੀਂ, ਉਮੀਦ ਹੀ ਨਹੀਂ ਹੁੰਦੀ। ਇਹ ਪੜ੍ਹਿਆ ਲਿਖਿਆ ਦਿਮਾਗ ਹੈ ਨਾ, ਇਸ ਕਰਕੇ ਗੱਲ ਭਾਵਨਾ ਦੀ ਹੈ, ਪਿਆਰ ਦੀ ਹੈ, ਫੀਲਿੰਗ ਦੀ ਹੈ, ਖਤਮ ਹੁੰਦੀ ਜਾ ਰਹੀ ਹੈ। ਭਾਵਨਾ ਹੈ ਨਹੀਂ, ਪਿਆਰ ਹੈ ਨਹੀਂ, ਫੀਲਿੰਗਸ ਹੈ ਨਹੀਂ ਇੱਕ ਦੂਜੇ ਦੇ ਪ੍ਰਤੀ, ਸਭ ਕੁਝ ਮੁੱਕੀ ਜਾਂਦਾ ਹੈ। ਕਹਿੰਦੇ ਲੱਖ ਉਪਕਾਰ ਵਿਸਾਰ ਕੇ ਪੁੱਤ ਕਪੁੱਤ ਚੱਕੀ ਉੱਠ ਝੋਈ, ਝੋਲੀ ਚੁੱਕ ਕੇ ਤੇ ਪਾਸੇ ਹੋ ਜਾਂਦਾ, ਮਾਂ ਬਾਪ ਨੂੰ ਛੱਡ ਦਿੰਦਾ ਹੈ। ਸਾਰੇ ਉਪਕਾਰ ਭੁਲਾ ਕੇ ਸਭ ਕੁਝ ਭੁੱਲ ਗਿਆ। ਕਿੱਦਾਂ ਕਿੱਦਾਂ ਮਾਂ ਬਾਪ ਨੇ ਦੁੱਖ ਝੱਲ ਕੇ ਕਿਸ ਤਰ੍ਹਾਂ ਸਾਨੂੰ ਪਾਲਿਆ ਹੋਏਗਾ ਅਸੀਂ ਜਾਣਦੇ ਹਾਂ। ਇੱਕ ਟਾਈਮ ਬੱਚਾ ਬਿਮਾਰ ਹੁੰਦਾ ਹੈ, ਘਰ 'ਚ ਕੋਈ ਸਾਧਨ ਨਹੀਂ, ਕੋਈ ਸਮਾਧਾਨ ਨਹੀਂ, ਫਿਰ ਵੀ ਆਪਣੇ ਬੱਚੇ ਵਾਸਤੇ ਕਿੰਨਾ ਕੁਝ ਹੀਲਾ ਵਸੀਲਾ ਕਰਦੇ। ਕਿਸ ਤਰੀਕੇ ਨਾਲ ਸਾਨੂੰ ਦੁੱਖ ਤਕਲੀਫ ਤਾਂ ਸਾਨੂੰ ਵੀ ਹੋਏ ਹੋਣਗੇ, ਜਾਂ ਸਾਨੂੰ ਕਦੇ ਦੁੱਖ ਨਹੀਂ ਹੋਇਆ, ਸਾਨੂੰ ਵੀ ਬਹੁਤ ਤਕਲੀਫਾਂ ਹੋਈਆਂ ਹੋਣਗੀਆਂ, ਪਰ ਅਸੀਂ ਭੁੱਲ ਜਾਂਦੇ। ਜਦੋਂ ਸਾਡੇ ਬੱਚੇ ਹੋਣਗੇ, ਫਿਰ ਜਦੋਂ ਸਾਡੇ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਫਿਰ ਪਤਾ ਲੱਗਦਾ ਸਾਨੂੰ। ਔਰ ਸ਼ਾਇਦ ਇਹ ਰਿਪੀਟ ਇਸੇ ਕਰਕੇ ਹੁੰਦਾ ਕਿ ਸਾਨੂੰ ਆਪਣੇ ਮਾਂ-ਬਾਪ ਦਾ ਸਮਾਂ ਯਾਦ ਆ ਸਕੇ, ਕਦੇ ਅਸੀਂ ਵੀ ਬੱਚੇ ਸੀ, ਸਾਡੇ ਨਾਲ ਵੀ ਇੱਦਾਂ ਹੋਇਆ ਹੋਣਾ, ਪਰ ਅਸੀਂ ਭੁੱਲ ਜਾਂਦੇ ਹਾਂ, ਭੁੱਲ ਜਾਂਦੇ ਹਾਂ। ਫਿਰ ਕਹਿੰਦੇ ਹੋਵੇ ਸਰਵਣ ਬਿਰਲਾ ਕੋਈ। ਇਹ ਜਿਹੜੇ ਸਰਵਣ ਜੀ ਹੋਏ ਨਾ, ਇੱਕ ਬਹੁਤ ਮਹਾਨ ਆਤਮਾ ਹੋਈ ਹੈ। ਇਹਨਾਂ ਦਾ ਇਤਿਹਾਸ ਹੈ, ਇਤਿਹਾਸ ਦੇ ਵਿੱਚ ਦੱਸਿਆ ਗਿਆ ਇਹਨਾਂ ਦੇ ਬਾਰੇ। ਮਾਂ ਬਾਪ ਦੀ ਇੰਨੀ ਸੇਵਾ ਕੀਤੀ ਇਹਨਾਂ ਨੇ, ਸ਼ਾਇਦ ਹੀ ਕੋਈ ਦੁਨੀਆ 'ਚ ਕਰ ਪਾਵੇ, ਬਹੁਤ ਸੇਵਾ ਕੀਤੀ ਇਹਨਾਂ ਨੇ। ਅਤੇ ਕਹਾਵਤ ਵਿੱਚ ਕਈ ਵਾਰੀ ਗੱਲਾਂ 'ਚ ਕਹਿੰਦੇ ਤੇ ਮੇਰਾ ਸਰਵਣ ਪੁੱਤਰ ਹੈ। ਇਹ ਸਰਵਣ ਉੱਥੋਂ ਹੀ ਸ਼ੁਰੂ ਹੋਇਆ ਸੀ। ਉਹਨੇ ਆਪਣੇ ਮਾਂ ਬਾਪ ਦਾ ਇੱਕ ਵੀ ਆਖਿਆ ਨਹੀਂ ਮੋੜਿਆ, ਸਾਰੀ ਜ਼ਿੰਦਗੀ ਮਾਂ ਬਾਪ ਦੇ ਬਚਨਾਂ 'ਤੇ ਪਹਿਰਾ ਦਿੱਤਾ। ਅਤੇ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ ਵਾਰ ਦੇ ਵਿੱਚ ਹੀ ਜ਼ਿਕਰ ਹੈ। ਭਾਈ ਸਾਹਿਬ ਕਹਿੰਦੇ ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਗੁਰਦੁਆਰੇ ਆ ਕੇ 500 5000 50,000 ਦੇ ਲੰਗਰ ਕਰਾਓ, ਅਤੇ ਘਰ ਜਿਹੜੇ ਮਾਂ ਬਾਪ ਬੈਠੇ ਉਹਨਾਂ ਨੂੰ ਕਦੇ ਥਾੜੇ 'ਚ ਪਾ ਕੇ 2 ਰੋਟੀਆਂ ਨਹੀਂ ਦਿੱਤੀਆਂ। ਸੋਚ ਲੈਣਾ ਕੁਛ ਨਹੀਂ ਹੋਣਾ ਇਹਦੇ ਨਾਲ। ਇਹ ਲੋਕ ਪ੍ਰਚਾਰਾ ਕਰੇ ਦਿਨ ਰਾਤ, ਕੁਛ ਨਹੀਂ ਹੋਣਾ ਇਹਦੇ ਨਾਲ। ਇਹ ਲੋਕਾਂ ਨੂੰ ਆਪਾਂ ਖੁਸ਼ ਕਰ ਸਕਦੇ ਹਾਂ। ਹਾਂ ਵੀ ਉੱਥੇ ਗਏ ਸੀ, ਲੰਗਰ ਕੀਤਾ, ਲੋਕ ਬੜੇ ਖੁਸ਼ ਹੋਏ, ਬਹੁਤ ਸਵਾਦ ਲੰਗਰ ਸੀ। ਮਾਂ ਬਾਪ ਨੂੰ ਛੱਡ ਕੇ ਜਿੰਨਾ ਮਰਜ਼ੀ ਗਿਆਨ ਘੋਟ ਲਈਏ ਆਪਾਂ, ਜਿੰਨੀ ਮਰਜ਼ੀ ਗਿਆਨ ਦੀਆਂ ਗੱਲਾਂ ਕਰ ਲਈਏ, ਕਿਸੇ ਕੰਮ ਨਹੀਂ ਆਉਣਾ, ਕਿਸੇ ਕੰਮ ਨਹੀਂ ਆਉਣਾ। ਕਿਤੇ ਹੋਏ ਪੂਜਾ ਪਾਠ ਕਿਸੇ ਕੰਮ ਹੈ ਹੀ ਨਹੀਂ। ਬਿਲਕੁਲ ਕਲੀਅਰ ਸਾਨੂੰ ਇਹ ਸਮਝ ਲੈਣਾ ਚਾਹੀਦਾ। ਜਿਹੜੇ ਮਾਂ ਬਾਪ ਦਾ ਦਿਲ ਦੁਖੀ ਕਰਕੇ ਲੱਖਾਂ ਸਹਿਜ ਪਾਠ, ਲੱਖਾਂ ਅਖੰਡ ਪਾਠ ਕਰਾ ਲਓ, ਕੋਈ ਲਾਭ ਨਹੀਂ ਹੋਣਾ, ਲਾਭ ਹੋਣਾ ਹੀ ਨਹੀਂ। ਕਿਉਂ? ਕਿਉਂਕਿ ਗੁਰੂ ਵੀ ਖੁਸ਼ ਉਦੋਂ ਹੀ ਹੋਏਗਾ ਜਦੋਂ ਮਾਂ ਬਾਪ ਪ੍ਰਸੰਨ ਹੋਣਗੇ। ਮਾਂ ਬਾਪ ਦੀ ਆਤਮਾ ਦੁਖੀ ਕਰਕੇ ਕਿਸੇ ਨੇ ਅਜੇ ਤੱਕ ਸੁੱਖ ਮਿਲ ਲਿਆ? ਕਿਸੇ ਨੂੰ ਸੁੱਖ ਮਿਲਿਆ? ਨਹੀਂ ਮਿਲ ਸਕਦਾ ਕਿਸੇ ਨੂੰ ਵੀ ਸੁੱਖ। ਤੇ ਭਾਈ ਗੁਰਦਾਸ ਜੀ ਕਹਿੰਦੇ ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਭੇਦ ਤਾਂ ਤੈਨੂੰ ਪਤਾ ਲੱਗਿਆ ਹੀ ਨਹੀਂ ਅਜੇ। ਸੁਣਦਾ ਬਹੁਤ ਹੈ, ਗਾਉਂਦਾ ਬਹੁਤ ਹੈ, ਕਹਿੰਦਾ ਬੜਾ ਕੁਛ ਹੈ, ਪਰ ਮਾਂ ਬਾਪ ਦਾ ਸਤਿਕਾਰ ਜਿੱਥੇ ਨਹੀਂ, ਕਹਿੰਦੇ ਤੇਰਾ ਸਾਰਾ ਕੁਛ ਵਿਅਰਥ ਕੀਤਾ ਕਰਾਇਆ। ਮਾਂ ਪਿਓ ਪਰ ਹਰ ਕਰੇ ਤਪ, ਵਣਖੰਡ ਭੁੱਲਾ ਫਿਰੇ ਬਿਬਾਣੀ। ਮਾਂ ਬਾਪ ਨੂੰ ਛੱਡ ਕੇ ਲੱਖ ਤੂੰ ਤਪ ਜਪ ਕਰੀ ਜਾ, ਲੱਖ ਪਾਠ ਕਰ ਲੈ, ਪਰ ਜੇ ਤੂੰ ਮਾਂ ਬਾਪ ਦੀ ਕਦਰ ਨਹੀਂ ਕਰਦਾ, ਉਹਨਾਂ ਦੀ ਕੇਅਰ ਨਹੀਂ ਕਰਦਾ, ਉਹਨਾਂ ਕੋਲ ਬੈਠ ਕੇ 2 ਘੜੀ ਉਹਨਾਂ ਦੀ ਗੱਲ ਹੀ ਨਹੀਂ ਸੁਣਦਾ, ਤੇ ਤੇਰਾ ਇਹ ਸਾਰਾ ਕੁਝ ਪ੍ਰਵਾਨ ਨਹੀਂ ਹੋਣਾ, ਨਹੀਂ ਹੋਣਾ ਪ੍ਰਵਾਨ। ਸੋ ਸਾਧ ਸੰਗਤ ਜੀ, ਇਹ ਕਾਰਨ ਸੀ ਮਦਰਸ ਡੇ ਨੂੰ ਬਣਾਉਣ ਦਾ। ਉਹਨਾਂ ਨੂੰ ਮੈਂ ਫਿਰ ਕਹਿੰਦਾ ਭਲ ਹਾਰ ਜਾਈਏ ਉਹਨਾਂ ਲੋਕਾਂ ਤੋਂ ਜਿਹੜੇ ਇਸ ਤਰ੍ਹਾਂ ਦੇ ਦਿਨ ਕ੍ਰੀਏਟ ਕਰਦੇ। ਕਿਉਂ? ਕਿਉਂਕਿ ਇਹਨਾਂ ਦੀ ਲੋੜ ਪਈ ਹੈ ਹੁਣ। ਇਹ ਸਾਲ 364 ਦਿਨ ਨਹੀਂ ਆਉਣਗੇ, ਘੱਟ ਤੋਂ ਘੱਟ ਇੱਕ ਦਿਨ ਤਾਂ ਆਉਣਗੇ, ਬੈਠਣਗੇ ਮਾਂ ਬਾਪ ਕੋਲ, ਕੇਕ ਹੀ ਕੱਟ ਲੈਣਗੇ, ਕੁਛ ਨਾ ਕੁਛ 2 ਘੜੀ ਦੀ ਖੁਸ਼ੀ ਤਾਂ ਮਿਲੇਗੀ ਮਾਂ ਬਾਪ ਨੂੰ। ਪਰ ਲੱਗਦਾ ਨਹੀਂ ਇੱਕ ਦਿਨ ਵੀ ਇਹ ਦਿੰਦੇ ਹੁਣ ਮਾਂ ਬਾਪ ਨੂੰ। ਇਤਨਾ ਬੁਰਾ ਵਕਤ ਹੈ ਇਸ ਟਾਈਮ। ਔਰ ਸਭ ਤੋਂ ਵੱਡਾ ਕਾਰਨ ਕੀ ਹੈ? ਘਰਾਂ ਦੀ ਗੱਲ ਘਰਾਂ ਵਿੱਚ ਰਹਿ ਜਾਂਦੀ ਹੈ, ਬਾਹਰ ਨਹੀਂ ਨਿਕਲਦੀ। ਲੋਕਾਂ ਦੇ ਦੁੱਖ ਘਰਾਂ ਵਿੱਚ ਹੀ ਦਬ ਜਾਂਦੇ, ਬਾਹਰ ਨਹੀਂ ਨਿਕਲਦੇ, ਘਰਾਂ ਦੇ ਵਿੱਚ ਹੀ ਰਹਿ ਜਾਂਦੇ। ਇੱਕ ਨੂੰ ਪੁੱਛ ਕੇ ਦੇਖੀਏ ਨਾ ਕਿਤੇ ਬੈਠ ਕੇ, ਤੇ ਬੜਾ ਕੁਝ ਅੰਦਰ ਲੈ ਕੇ ਦੱਬੀ ਬੈਠੇ ਆ, ਬਹੁਤ ਕੁਝ ਅੰਦਰ ਦੱਬੀ ਬੈਠੇ ਆ, ਨਹੀਂ ਦੱਸ ਸਕਦੇ।
क्योंकि दसण नाल अपने घर का हासा उठता ना, मजाक बनता। पर कोशिश आप करनी है, आप जे सच्ची मुच्ची आप अपने आप को सिख अखवाते हैं ना, तो माँ बाप की जिन्नी हो सके उन्नी कदर करिए। माँ बाप को कदे रोड़िए ना, क्योंकि जो असी बेजांगे वही असी कटना है। जिस तरह के कर्म असी करांगे उस तरह के कर्म असी भुगतने हैं। माँ बाप की सेवा करांगे, कल नूं असी माँ बाप बनना है, साडे बच्चे साडी कदर करनगे, सानू सेवा साडी जिहड़ी सेवा करनगे। क्योंकि बुढ़ापे च आके ना महाराज कहते 10 बाल तन 20 श्रवण, 30 का सुंदर कहावे, 40 पूर होए 85 60 के बुढ़ेपा आवे। ते 70 का मतहीन असी हाँ का व्यवहार ना पावे। एक स्टेज इस तरह की फिर आ जाती है 70 साल ते जाके ना, जिस तरह 7 साल का बच्चा होंदा उस तरह की मत बन जाती है। जिवें 7 साल का बच्चा सी ना उदा की मत बन जाती है। फिर कोई भेद नहीं रहिंदा, वो बच्चों वाली हरकतां हो जाती सारी। हुण आपां नूं पता उदों लगना ना जदों असीं बुढ़े होवांगे, जदों 70 साल ते पहुँचांगे, 80 साल ते पहुँचांगे, उदों पता लगना। हुण थोड़ी पता लग जाना। संत सिंह मस्किन जी क्या करते सी, कहंदे बच्चा की जाने जवानी की होंदी है, जदों जवान होएगा उदों पता लगना जवानी की है। बच्चे नूं की पता। तो जवान की जाने बुढ़ेपा की होंदा है, जवान की जाने बुढ़ेपा की होंदा। हुण तो जवानी घोड़े वांगू टपी जाता है, नहीं पता बुढ़ेपा की है, क्योंकि जवानी चढ़ी है ना। जदों बुढ़ा होएगा फिर पता लगना बुढ़ेपा की होंदा है। तो कहते एक बुढ़ा की जाने मौत की होंदी है, जदों मरेगा उदों पता लगेगा मौत की होंदी है। सो साध संगत जी, अपने वालों कोशिश करनी है। ये जोड़े समागम रखे जाते हैं ना, बलहार जाइए, कुरबान जाइए इन्हां मावां भैणां तो जिन्हां ने ये उपराला किया और उपराला करके इस समागम विशेष तौर पर रखा है। देखो चंगी चीज़ ना आपां नूं जिथों मर्जी सीखण वास्ते मिले, सानूं सीख लैनी चाहिए। ये कोई माड़ी गल तां नहीं हैगी। आपे दसो माड़ी गल तां नहीं है जे गुरु की हजूरी 'च बैठ के मावां नूं समर्पित होकर आपां एक दिन रख भी लिया, ये की हर्ज है? कोई हर्ज नहीं है। अरदास करनी है महाराज के चरणों 'च, ये रोंग नहीं है, गलत नहीं है। गुरु के चरणों 'च हाज़र हो के, क्योंकि ये साडी कम्यूनिटी है, सिस्टम के विच आके सारी कम्यूनिटी वास्ते अरदास करनी, इकट्ठे होकर अरदास करनी कोई गलत नहीं है। सानू तो नहीं लगता गलत है, गलत नहीं है, क्योंकि ये समय की लोड़ है। पर दुख इस गल का है कि नौजवान बच्चे अज जिवें मदर्स डे है ना, पता सबनों है भी हाँ समागम हैगा, उन्होंने आना चाहिए सी अपने माँ बाप के वास्ते अरदासा करने, वो आउण। पर नहीं, इत्थों पता लगता है कि बीमारी कितनी भयानक है, इत्थों पता लगता है कि रोग जोड़ा कितना वड्डा है। इसे करके ये दिन स्पैशल रखे जाते हैं। समय की लोड़ होंदी है। जड़े जड़े चिंतक होंदे ने, चिंतक चिंता करने वाले, आप कहते ना शुभ चिंतक, जड़े लोगों का भला सोचते, चंगा सोचते, वो चिंतक फिर चिंतन करते हैं। चिंतन वो सोचते बैठ के कि इस टाइम किस तरह का माहौल है, इस टाइम किस चीज़ की लोड़ है, मदर्स डे क्यों बनाया गया, फादर्स डे क्यों बनाया गया, चिल्ड्रंस डे क्यों बनाया गया। उन्होंने चिंतन किया, बैठ के मंथन किया, चिंतन किया, मंथन किया। लोगों की बीमारियों को देखे, हम बीमारी किस तरह की चिपड़ी हुई है, भरे पे ने की भला अनाथ आश्रम, बिरध आश्रम भरे पे, इन्ने बुजुर्ग ने आश्रमों के जिन्होंने कोई पूछने वाला नहीं है। एक फेसबुक पे पेज है मनुखता की सेवा, सब तो वड्डी सेवा। इतने मलेशिया में काफ़ी संगत उत्थे सेवा करती है, तुसीं देखोगे हैरान हो जाओगे। चंगे चंगे कहते घुमाते घर के बुजुर्ग रुड़ते पे ने, जिन्हों के कोई कमी नहीं सी, कदे खाण पीण की जमीन जायदाद की कोई घाट ही नहीं सी। अज उन्होंने बुजुर्गों की हालत ये हो गई है, नहीं देख सकते, देखा ही नहीं जाता। ये बुरा हाल किया होया बुजुर्गों का। तो 60 साल से जाके उन्होंने साढ़े को BMW मंगनी, की मंगना? इज्जत मान प्यार मुहब्बत, 2 टाइम की रोटी, होर आपां की दे सकते उन्होंने? सारी जिंदगी 60-70 साल साढ़े ते लाते, मेरे बच्चे का घर बने, पढ़ाई होवे, चंगे देश जावे, उत्थे जाके पढ़ाई करे, आ करे, वो करे, बिजनेस सैटअप किया सारा कुछ। तो जो हार थक के बंदा बैठ गया कि हुण मैनूं जिहड़ा मैं इन्वेस्ट किया तो मैनूं थोड़ा बहुत इहदा वापस मिलना शुरू हो जाए, बस फिर वो माँ बाप ही दुश्मन जापते बैठे। इस वास्ते किया सी। कोशिश करनी है साध संगत जी, जिन्ने क आपां इत्थे बैठे हैं ना,
गुरु महाराज के चरणों च आपां ये वादा करके जाइए, प्रोमिस करके जाइए सच्चे पातशाह जी अज तक जो मैं कहता अपनी सस नूं, सहुरे नूं, माँ नूं, बाप नूं अज तो बाद मैं कदे दिल नहीं दुखावांगा। कोशिश करिए। ये सुधार वास्ते दिन रखे जाते, सुधार वास्ते स्पैशल दिन इस वास्ते रखे जाते ताकि आपां कुछ सुधार लैके आइए। एक छोटी जी गल है, इस एग्जाम्पल तो सानू समझ आ जाएगा कि विशेष दिन स्पैशल डेज क्यों बनाए जाते हैं। एक महापुरखा नूं किसी ने पूछा, कहते महाराज एक गल दसो, गुरुद्वारे अंदर सवेरे आसा दी वार का कीर्तन भी होंदा है, शाम को भी कीर्तन होंदा है, जब दोनों टाइम कीर्तन हो रहा है फिर विशेष दीवान करने की की लोड़ है? इन्ने वड्डे वड्डे जत्थे बुलाने 12-12 घंटे रात दिन रहन सफाई कीर्तन करने की की लोड़ है? सवेर शाम तो हो ही रहा ना, उहदे नाल गुजारा नहीं होना। उन्होंने बहुत सोहने तरीके नाल समझाया, कहते स्पैशल दिन ना इस करके बनाए जाते हैं, कहते जिस तरह एक वगदा दरिया होवे, पानी का नदी होवे, नदी दे आले दुआले तुसीं देखिया होना पेड़ पौधों के पत्तियां का गंद, शहरों का गंद, वो काफ़ी कुछ किनारियां ते जम जाता है, किनारियां ते लग जाता है। हुण अगे जाण वास्ते कहते कणियां ते पैंदियां ने, कणियां किण कणियां, मीह पैंदा ही है, पर उस मीह दे विच वो ताकत नहीं कि हट बन के वो पूरा का पूरा गंद अगे बहा के समुद्र च लै जाए, अगे लै जाए, खत्म कर दे, सफाई कर दे। इस तरह जी साडी अंतर आत्मा है ना, ये कहते रोज़ असी गंद इकट्ठा करते हैं। इस मन को जन्म जन्म की मन लागी, काला हुआ श्या, काला श्या मन साडा। इसका रंग भी दसिया महाराज ने, कितना आप बाहरों जिन्ना मर्जी लिशकारे मारते होइए, कहते अंदरों तो काला ही है, तेरा चेहरा ही चमकता है, अंदर तो काला ही है। इस मन को जन्म जन्म की मल लागी, गंदगी लगी हुई है जन्मा जन्मा की, तो रंग इसका पता कितना का काला श्या होया पे, काला हुआ श्या। इस तरह फिर कहते जदों एक हड़ आउंदा संगत का, संगत इकट्ठी होकर जो अरदास करती है ना, तो कहते फिर वो जड़ा झरना वगदा है, वो सारी गंदगी एक बार साफ हो जाती है। ये एग्जाम्पल दिता। अरदासा तो आप रोज़ ही करते। अच्छा सच्ची सच्ची आप एक बार सोच के देखिए, आप कदे माँ बाप के वास्ते अरदास की है महाराज इन्होंने चढ़दियां कलां देवे? छोटा जिहा सवाल है, की आप कदे? साल च एक बार करते हैं बस। कोई होएगा बिरला गुरु का प्यारा जिहदे अंदर पेरेंट्स का सत्कार होएगा, तो बड़ा मुश्किल है। अरदास करते ही नहीं आप, जिन्हां दी बदौलत आप संसार देखा, जिन्हां ने दुख सुख हंडा के सानू ये जीवन दान दिता है, जिन्हां ने साडे ते रहम किया, साडे ते करम किया, सानू इस लायक बनाया कि अज आप बोलण जोगे होए हैं, खाण जोगे होए हैं, अज सानू सुखां की प्राप्ति हो रही है। तो उन्होंने ना भुलाइए, ना उन्हों का तिरस्कार करिए, उन्हों का सत्कार करिए, मान सन्मान दईए वध तो वध। गुरु घर के रुमाले चढ़ाओ, जी सदके चढ़ाओ, पर कदे कदे सोहना जिहा सूट एक माँ वास्ते भी लियाओ। गुरु खुश होवे ना होवे, पर माँ ने बहुत टपना है, दस नूं दसे कि मेरा बेटा मेरे वास्ते सूट लैके आया, बड़ा सोहना सूट है। क्योंकि बुढ़ापे के विच ना जिवें 7 साल के बच्चे को चॉकलेट दईए ना, उही फीलिंग माँ नूं आउंदी है, बच्ची बन जाती है, बहुत खुश होती है। कदे बाहरों आइए खाली हथ ना आइए, काम तो आए हैं ना, माँ बाप के कोल जाइए, कुछ ना कुछ लैके जाइए, बड़ा खुश होणगे। और माँ बाप की दुआ हो सकता किसी ब्रह्म ज्ञानी की अरदास खाली चली जाए, माँ बाप की अरदास कभी नहीं खाली जाती। क्यों? क्योंकि माँ बाप की अरदास निस्वार्थ अरदास है, निस्वार्थ बिना किसी स्वार्थ तो अरदास। सानू स्वार्थ है, तुम अरदास कराओगे 20 30 50 डाले दोगे, कुछ ना कुछ दे के जाओगे। माँ बाप को कोई स्वार्थ नहीं है, निस्वार्थ भाव तो अरदास करते हैं मेरे, और जुड़ के अरदास करते हैं मेरे बच्चे को तमाम जहान के सुख मिल जान, सारी दुनिया के सुख मेरे बच्चे को मिल जान। कोई है एडा वड्डा ज्ञानी दुनिया के विच, मौलवी पंडित कोई हैगा जिहड़ा इस तरह की अरदास कर सकता होवे? माँ बाप तो वड्डा ज्ञानी भी दुनिया च कोई नहीं, माँ बाप तो वड्डा ज्ञानी ब्रह्म ज्ञानी भी कोई नहीं जिहड़ा इदां निस्वार्थ भाव तो अपनी औलाद वास्ते अरदास करता होवे। ते फिर आपां उन्हां नूं किवें रोड़ सकते हैं? क्यों नहीं असीं ध्यान रखते फिर पेरेंट्स का? भुल के भी दिल ना दुखाइए, भुल के भी गलती ना करिए। एडा वड्डा गुनाह है, कहते बज्जर गुनाह है, बज्जर गुनाह बहुत वड्डा भारी गुनाह है, जिहड़े अपने माँ बाप के सस सहुरे की सेवा नहीं करते, उन्हों का दिल दुखाते। लख मंदे हुण माँ बाप जिन्नियां मर्जी वो गलतियां करन, पर सानू फिर भी अधिकार नहीं है उन्होंने कुछ कहण दा, सानू अधिकार नहीं है। सो अज का जिहड़ा समय साध संगत जी
ਮਾਂ ਬਾਪ ਦੀ ਕਦਰ ਹੈ ਨਹੀਂ, ਬੜਾ ਮਨ ਦੁਖੀ ਹੁੰਦਾ ਹੈ। ਉਹਨਾਂ ਤੋਂ ਅਸੀਂ ਕੁਰਬਾਨ ਜਾਈਏ, ਬਲਹਾਰ ਜਾਈਏ, ਉਹਨਾਂ ਦੇ ਚਰਨਾਂ 'ਤੇ ਰੱਖ ਕੇ ਸੀਸ ਨਿਵਾਈਏ, ਮੱਥਾ ਟੇਕੀਏ, ਜਿਹੜੇ ਲੋਕ ਆਪਣੇ ਮਾਂ ਬਾਪ ਨੂੰ ਰੱਬ ਵਾਂਗੂ ਪੂਜਦੇ, ਜਿਹੜੇ ਆਪਣੇ ਬਜ਼ੁਰਗਾਂ ਦਾ ਧਿਆਨ ਰੱਖਦੇ। ਬਜ਼ੁਰਗ ਘਰ ਦੇ ਉਹ ਦੇਵੀ ਦੇਵਤਾ ਨੇ ਜਿਹੜੇ ਮੰਦਿਰਾਂ 'ਚ ਨਹੀਂ ਮਿਲਣਗੇ। ਘਰ 'ਚ ਬੈਠੇ ਸਾਕਸ਼ਾਤ ਦੇਵੀ ਦੇਵਤੇ ਘਰ 'ਚ ਬੈਠੇ ਹੈ, ਉਹਨਾਂ ਦੀ ਕਦਰ ਕਰੀਏ। ਥੋੜ੍ਹਾ ਜਿਹਾ ਭਾਵਨਾਤਮਕ ਰਿਸ਼ਤੇ ਬਣਾਈਏ, ਆਪਾਂ ਫੀਲਿੰਗਸ ਦੇ ਜਿਹੜੇ ਰਿਲੇਸ਼ਨਸ਼ਿਪ ਉਹ ਕਾਇਮ ਕਰੀਏ। ਫੀਲਿੰਗ ਨੂੰ ਡੈਡ ਨਾ ਕਰੀਏ, ਮਾਰੀਏ ਨਾ। ਇਹ ਭਾਵਨਾ ਹੀ ਸਭ ਕੁਝ ਹੈ। ਗੁਰੂ ਨਾਲ ਵੀ ਸਾਡੀ ਭਾਵਨਾ ਨਹੀਂ ਬਣਦੀ। ਕਿਉਂ ਨਹੀਂ ਬਣਦੀ? ਕਿਉਂਕਿ ਸੰਸਾਰ ਵਿੱਚੋਂ ਅਸੀਂ ਮੁਕਾਤੀ ਭਾਵਨਾ। ਗੁਰੂ ਨਾਲ ਕਿੱਥੇ ਭਾਵਨਾ ਬਣਨੀ ਹੈ, ਕਿੱਥੇ ਪਿਆਰ ਪੈਣਾ ਹੈ। ਲੌਜੀਕਲ ਬਣਦੇ ਜਾ ਰਹੇ ਹਾਂ, ਸਾਇੰਸ ਦੇ ਮਗਰ ਲੱਗੇ ਹੋਏ ਹਾਂ, ਲੌਜੀਕਲ ਬਣੇ। ਸਾਇੰਸ ਤਰੱਕੀ ਕਰੇ ਬਹੁਤ ਚੰਗੀ ਗੱਲ ਹੈ, ਲੌਜੀਕਲ ਮਾਈਂਡ ਹੋਵੇ ਬਹੁਤ ਚੰਗੀ ਗੱਲ ਹੈ, ਪਰ ਨਾਲ ਨਾਲ ਜਿਹੜੀਆਂ ਦੂਜੀਆਂ ਚੀਜ਼ਾਂ ਉਹ ਤਾਂ ਨਾ ਮਾਰੀਏ। ਜਿੱਥੇ ਸਾਇੰਸ ਦੀ ਲੋੜ ਹੈ, ਜਿੱਥੇ ਲੌਜਿਕ ਦੀ ਲੋੜ ਹੈ ਨਾ, ਉੱਥੇ ਫੀਲਿੰਗ ਵੀ ਜ਼ਰੂਰੀ ਚਾਹੀਦੀ ਹੈ। ਜੇ ਫੀਲਿੰਗ ਖਤਮ, ਪੱਥਰ ਬਣ ਗਿਆ ਇਨਸਾਨ। ਜੇ ਫੀਲਿੰਗਸ ਆਪਾਂ ਡੈਡ ਕਰ ਦਿੱਤੇ ਤੇ ਸਭ ਪੱਲੇ ਸਾਡੇ ਕੀ ਬਚ ਗਿਆ? ਪਿੱਛੇ ਖਤਮ, ਕੁਝ ਨਹੀਂ ਬਚੇਗਾ। ਮਾਂ ਬਾਪ ਦੀ ਜਿਹੜੀ ਇੱਜ਼ਤ ਹੈ ਸਾਇੰਸ ਦੇ ਨਾਲ ਨਹੀਂ ਹੋ ਸਕਦੀ, ਲੌਜਿਕ ਨਾਲ ਨਹੀਂ ਹੋ ਸਕਦੀ, ਇਹ ਫੀਲਿੰਗ ਨਾਲ ਹੋਏਗੀ। ਫੀਲਿੰਗ ਮੀਨ ਭਾਵਨਾ। ਇਹ ਭਾਵਨਾ ਚਾਹੀਦੀ ਹੈ। ਸੋ ਬਹੁਤ ਸੋਹਣਾ ਉਪਰਾਲਾ ਕੀਤਾ ਹੈ। ਸਮਾਂ ਵੀ ਲਗਭਗ ਹੋ ਹੀ ਗਿਆ। ਹੁਣ ਆਪਾਂ ਇਹ ਜਿਹੜਾ ਗੀਤ ਹੈ ਨਾ ਇੱਕ, ਉਹ ਗਾ ਲਈਏ ਤੇ ਮਹਾਰਾਜ ਕਿਰਪਾ ਕਰੇ। ਬੜਾ ਪਿਆਰਾ ਗੀਤ ਹੈ। ਥੋੜ੍ਹਾ ਜਿਹਾ ਆਪਾਂ ਇਹਨੂੰ ਸਮਝ ਲਈਏ। ਕਹਿੰਦੇ ਐਡੀਆਂ ਗੂੜੀਆਂ ਛਾਵਾਂ ਜਗ 'ਤੇ ਲੱਭਦੀਆਂ ਨਹੀਂ, ਐਨੀਆਂ ਗੂੜੀਆਂ ਛਾਵਾਂ ਜਗ 'ਤੇ ਲੱਭਦੀਆਂ ਨਹੀਂ। ਲੱਖ ਪੇੜ ਲੱਗੇ ਹੋਣ ਸੰਸਾਰ 'ਚ, ਜਿੰਨਾ ਮਰਜ਼ੀ ਪਲਾਂਟੇਸ਼ਨ ਕਰ ਲਈਏ ਆਪਾਂ, ਲਾ ਲਈਏ ਦਰਖਤ ਵੱਡੇ ਵੱਡੇ, ਕਹਿੰਦੇ ਪਰ ਜੋ ਛਾਂ ਮਾਂ ਦੇ ਕੋਲ ਬੈਠ ਕੇ ਮਿਲਦੀ ਦੁਨੀਆ 'ਚ ਕਿਤੇ ਵੀ ਨਹੀਂ ਮਿਲੇਗੀ। ਉਹ ਛਾਂ ਵੱਖਰੀ ਹੈ, ਆਨੰਦਦਾਇਕ ਹੈ। ਜਦੋਂ ਸਿਰ 'ਤੇ ਮਾਂ ਦਾ ਹੱਥ ਆਵੇ ਨਾ, ਇਹ ਸਮਝ ਲਓ ਤਮਾਮ ਜਹਾਨ ਦੀ ਖੁਸ਼ੀਆਂ ਮਿਲ ਜਾਂਦੀਆਂ। ਮਾਂ ਦਾ ਹੱਥ ਪਰਮੇਸ਼ਵਰ ਦਾ ਹੱਥ ਹੈ, ਵਾਹਿਗੁਰੂ ਦਾ ਹੱਥ ਹੈ, ਰੱਬ ਦਾ ਹੱਥ ਹੈ, ਮਾਂ ਦਾ ਹੱਥ ਹੈ। ਕਹਿੰਦੇ ਐਡੀਆਂ ਗੂੜੀਆਂ ਛਾਵਾਂ ਜਗ 'ਤੇ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਜਿੰਦਿਆਂ ਜੀ ਕਦਰ ਕਰੀਏ, ਇੱਜ਼ਤ ਕਰੀਏ, ਉਹਨਾਂ ਨੂੰ ਮਾਣ ਸਨਮਾਨ ਦੇਈਏ। ਕੁਛ ਨਹੀਂ ਮੰਗਦੇ ਸਾਡੇ ਕੋਲੋਂ, ਮਹਿਲ ਕੋਠੀ ਨਹੀਂ ਮੰਗਦੇ। ਉਹ ਇੱਕ ਕਮਰਾ ਜਿੱਥੇ ਉਹ ਹੈਗੇ ਨਾ, ਉੱਥੇ ਹੀ ਪਏ ਰਹਿਣਗੇ, ਉੱਥੇ ਹੀ ਜ਼ਿੰਦਗੀ ਕੱਟ ਲੈਣਗੇ, ਪਰ ਇੱਜ਼ਤ ਮਾਣ ਦੇਈਏ। ਹੋਰ ਕੋਈ ਖਵਾਇਸ਼ ਨਹੀਂ ਹੁੰਦੀ ਉਹਨਾਂ ਦੀ, ਕੋਈ ਖਵਾਇਸ਼ ਨਹੀਂ ਹੁੰਦੀ। ਉਸ ਤੋਂ ਬਾਅਦ ਕਹਿੰਦੇ ਮੰਦਾ ਮੂੰਹ 'ਚੋਂ ਬੋਲ ਜੇ ਨਿਕਲੇ ਟੋਕਦੀਆਂ। ਔਲਾਦ ਜਿਹੜੀ ਹੁੰਦੀ ਨਾ, ਜੇ ਕਿਤੇ ਮੂੰਹ 'ਚੋਂ ਮਾੜਾ ਬੋਲ ਦੇਵੇ, ਕਿਸੇ ਨੂੰ ਗੰਦਾ ਬੋਲੇ ਨਾ, ਨਾ ਬੇਟਾ ਇੱਦਾਂ ਨਹੀਂ ਕਹਿਣਾ, ਉੱਥੇ ਹੀ ਨਾਲ ਦੇ ਨਾਲ ਟੋਕਦੀਆਂ। ਮੰਦਾ ਮੂੰਹ 'ਚੋਂ ਬੋਲ ਜੇ ਨਿਕਲੇ ਟੋਕਦੀਆਂ, ਮਾੜੀ ਚੰਗੀ ਥਾਂ ਤੋਂ ਮਾਵਾਂ ਰੋਕਦੀਆਂ। ਦੱਸਦੀਆਂ ਨੇ ਕਿੱਥੇ ਜਾਣਾ ਚੰਗਾ ਹੈ ਤੇ ਕਿੱਥੇ ਜਾਣਾ ਮੰਦਾ ਹੈ। ਉੱਥੇ ਨਾ ਜਾਈ ਬੇਟਾ, ਤੇਰੇ ਨਾਲ ਇੱਦਾਂ ਹੋ ਜਾਏਗਾ। ਇਹੋ ਜਿਹੇ ਲੋਕਾਂ ਨਾਲ ਨਹੀਂ ਬੈਠੀ ਤਾਂ ਹੁੰਦਾ, ਇਹੋ ਜਿਹੀ ਸੰਗਤ ਨਹੀਂ ਕਰੀਦੀ ਹੁੰਦੀ। ਸਾਰਾ ਕੁਝ ਦੱਸਦੀਆਂ ਨੇ। ਮੁਫਤ 'ਚ ਐਡੀਆਂ ਨੇਕ ਸਲਾਹਾਂ ਮਿਲਦੀਆਂ ਨਹੀਂ। ਕੌਣ ਦਿੰਦਾ ਮੁਫਤ ਦੇ ਵਿੱਚ ਸਲਾਹਾਂ? ਕਾਉਂਸਲਿੰਗ ਕਰਨ ਦੇ ਵੀ ਪੈਸੇ ਲੈਂਦੇ ਅੱਜ ਕੱਲ੍ਹ, ਅਤੇ ਮਾਂ ਬਾਪ ਵੱਡੇ ਕੋਈ ਹੈਗੇ ਕਾਉਂਸਲਿੰਗ ਕਰਨ ਵਾਲੇ? ਇੰਨੇ ਪਿਆਰ ਨਾਲ ਸਮਝਾਉਣਾ, ਬਚਪਨ ਤੋਂ ਲੈ ਕੇ ਮਰਦੇ ਦਮ ਤੱਕ ਆਪਣੇ ਬੱਚੇ ਨੂੰ ਇੱਦਾਂ ਧਿਆਨ ਦੇਣਾ, ਅਰਦਾਸਾਂ ਕਰਨੀਆਂ, ਕੋਈ ਨਹੀਂ ਹੋ ਸਕਦਾ ਦੁਨੀਆ ਦੇ ਅੰਦਰ। ਆਓ ਇਹ ਗੀਤ ਆਪਾਂ ਸਰਵਣ ਕਰੀਏ, ਅਤੇ ਤਬਲੇ ਨਾਲ ਹੀ ਆਪਾਂ ਇੱਦਾਂ ਹੀ ਗਾਵਾਂਗੇ, ਬਿਨਾਂ ਤਬਲੇ ਤੋਂ। ਐਡੀਆਂ ਗੂੜੀਆਂ ਛਾਵਾਂ ਜਗ 'ਤੇ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਹੋ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮੰਦਾ ਮੂੰਹ 'ਚੋਂ ਬੋਲ ਜੇ ਨਿਕਲੇ ਟੋਕਦੀਆਂ, ਚੰਗੀ ਮਾੜੀ ਥਾਂ ਤੋਂ ਮਾਵਾਂ ਰੋਕਦੀਆਂ। ਮੰਦਾ ਮੂੰਹ 'ਚੋਂ ਬੋਲ ਜੇ ਨਿਕਲੇ ਟੋਕਦੀਆਂ,
दिया चंगी माड़ी था तो मावा रोक लिया मुफ्त च इन्निया नेक सलाह लभदियां नहीं तुर जावण एक बार ते मावा लभदियां नहीं हो तुर जावण एक बार ते मावा लभदियां नहीं। ध्यान नाल सुनियो पुत्र पावे लख जहान तो मंदे ने मावा आखण सारे जग तो चंगे ने। लखा पुत कमला होवे लखा पुत गलतियां करे कहंदी मेरा बच्चा लड़ लेंदी कई बार जो कोई शिकायत लैके आए ना तेरे बच्चे ने आ गलती हो ही नहीं सकता मेरा बच्चा इतना कर ही नहीं सकता इन्ना प्यार लखा भावें जहां च सब तो मंदा बच्चा होवे फिर भी मेरे बच्चे वर्गा बच्चा दुनिया च कोई नहीं हो सकता मेरा बच्चा लड़ ही नहीं सकता तेरा बच्चा झूठ बोलिया ले हो ही नहीं सकता बोल ही नहीं सकता झूठ इन्नी गारंटी लेंदी है मां। पुत्र पावे लख जहान तो मंदे ने मावा आखण सारे जग तो चंगे ने होर किसे तो इंज वफावा लभदियां नहीं तुर जावण एक बार ते मावा लभदियां नहीं हाँ तुर जावण एक बार ते मावा लभदियां नहीं। माँ वर्गा वफादार दुनिया च कोई नहीं हो सकता इन्नी वफा निभाती माँ कोई जिन्ना मर्जी आके कह लवे नहीं मेरा बच्चा सोने का है मेरे बच्चा वर्गा तो बच्चा ही कोई नहीं। पुत्र पावे लख जहान तो मंदे ने मावा आखण सारे जग तो चंगे ने होर किसे तो इंज वफावा लभदियां नहीं तुर जावण एक बार ते मावा लभदियां नहीं तुर जावण एक बार ते मावा लभदियां नहीं। माता लाडले अंत विछोड़ा सहड़ाए सदा वास्ते थोड़ी रहना कितने सदा वास्ते मावा रहन गया तो फिर क्यों ना इज्जत करिए क्यों ना प्यार दईए मावा नूं जिवें उन्होंने सानू लाड़ लड़ाया ना प्यार दिता है गोदी च लैके प्यार कदे एक बारी 70 साल की माँ 80 साल की माँ गोदी च लैके प्यार दे के तो देखो अंदरों इन्नियां अरदासां निकलणगियां इन्ना कुछ अंदरों निकल जाना आप सोच भी नहीं सकते भंडारे भर जाणगे। एक बार 80 साल के बजुर्ग के कोल बैठ के उन्होंने अपने गोदी च लैके गल वगड़ी च लैके उन्होंने प्यार दे के तो देखिए अपने प्यो नूं वो सारी जिंदगी का भार लथ जाएगा सारिया टेंशनां मुक जाएगी। अज मेरे बेटे ने मैनू जफ्फी च लै लिया अज मेरे बेटे ने मेरी धी ने मैनू अज गले नाल ला लिया बड़ा मुश्किल काम है दुनिया भर दियां जफ्फियां पाते फिरते हैं इधरों जफ्फियां पा इधरों पर जिन्हों ने वफा निभाई उन्होंने जफ्फी साड़ी नसीब नहीं होंदी उन्होंने नहीं कदे प्यार देना सारे संसार का प्यार असीं भालदे फिर इत्थों मिल जाए इत्थों वफा मिल जाए पर जिहड़े वफादार ने उन्हां नाल असीं कदे वफा नहीं निभाई। देखे एक बारी करके तो देखो अच्छा एक बारी अपने माँ बाप ने एक बारी करके देखो गल वगड़ी च लैके देखो उन्होंने अंदर की फीलिंग बदल जाएगी भावना बदल जाएगी वो कहेंगे अज तक कमाल ही हो गया अज चमत्कार हो गया मेरे बच्चे ने मैनू गोदी च लैके मैनू प्यार दिता है मैनू कोल बिठा के प्यार दिता एक बारी करके तो देखिए पता लगता है इनू कहते फीलिंग्स क्रिएट होएगी साढ़े अंदर जी साढ़े अंदर मर चुकी है भावना वो जिंदा हो जाएगी जाग जाएगी।
ਤੇ ਰਿਸ਼ਤੇ ਸਾਧ ਸੰਗਤ ਜੀ ਭਾਵਨਾ ਨਾਲ ਚੱਲਦੇ ਆ, ਲੌਜਿਕ ਨਾਲ ਸਾਇੰਸ ਨਾਲ ਰਿਲੇਸ਼ਨ ਨਹੀਂ ਚੱਲਿਆ ਕਰਦੇ, ਇਹ ਭਾਵਨਾ ਨਾਲ ਚੱਲਦੇ। ਮਾਂ ਦਾ ਲਾਡਲੇ ਅੰਤ ਵਿਛੋੜਾ ਸਹਿਣਾ ਏ, ਆਪੇ ਡਿਗਣਾ ਆਪੇ ਹੀ ਉੱਠ ਪੈਣਾ ਏ। ਮਾਂ ਦਾ ਲਾਡਲੇ ਅੰਤ ਵਿਛੋੜਾ ਸਹਿਣਾ ਏ, ਆਪੇ ਡਿਗਣਾ ਆਪੇ ਹੀ ਉੱਠ ਪੈਣਾ ਏ। ਮਾਂ ਹੈ ਰੱਬ ਦਾ ਰੂਪ ਦੁਬਾਰਾ ਲੱਭਦਿਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਹੇਠੀਆਂ ਗੂੜੀਆਂ ਛਾਵਾਂ ਜਗ ਤੇ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਸੋ ਸਾਧ ਸੰਗਤ ਜੀ, ਕੋਸ਼ਿਸ਼ ਕਰੀਏ, ਯਤਨ ਕਰੀਏ, ਮਾਂ ਬਾਪ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਅੱਛਾ, ਹੁਣ ਤੇ ਸਮਝ ਆ ਗਈ ਹੋਣੀ ਨਾ ਮਦਰਸ ਡੇ ਕਿਉਂ ਮਨਾ ਰਹੇ ਆਪਾਂ, ਕਿਉਂ ਇਹ ਸਪੈਸ਼ਲ ਦਿਨ ਬਣਾਏ ਗਏ। ਹੁਣ ਤਾਂ ਸਾਨੂੰ ਸਮਝ ਲੱਗ ਜਾਣੀ ਚਾਹੀਦੀ ਹੈ ਨਾ, ਕਿਉਂ ਫਾਦਰਸ ਡੇ, ਚਿਲਡਰਨਸ ਡੇ। ਮਾਂ ਬਾਪ ਨੇ ਵੀ ਬੱਚਿਆਂ ਦੇ ਵਾਸਤੇ ਚਿਲਡਰਨਸ ਡੇ ਬਣਾਇਆ ਤਾਂ ਕਿ ਆਪਾਂ ਵੀ ਆਪਣੇ ਬੱਚਿਆਂ ਨੂੰ ਖੁਸ਼ੀਆਂ ਦੇ ਸਕੀਏ, ਅਰਦਾਸ ਕਰ ਸਕੀਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਸੋ ਸਾਧ ਸੰਗਤ ਜੀ, ਆਪਣੇ ਵੱਲੋਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ। ਕੋਸ਼ਿਸ਼ ਨਹੀਂ, ਇਹ ਨਿਯਮ ਬਣਾਉਣਾ ਹੈ, ਜ਼ਿੰਦਗੀ ਦਾ ਆਧਾਰ ਬਣੇ ਕਿ ਆਪਾਂ ਆਪਣੇ ਮਾਂ ਬਾਪ ਨੂੰ ਰੋੜੀਏ ਨਾ। ਭਾਵੇਂ ਮਾਂ ਹੋਵੇ ਭਾਵੇਂ ਪਿਓ ਹੋਵੇ, ਇਹ ਨਹੀਂ ਕਿ ਅੱਜ ਮਦਰਸ ਡੇ ਹੈ ਅਤੇ ਆਪਾਂ ਖਾਲੀ ਮਾਂ ਦਾ ਹੀ ਧਿਆਨ ਰੱਖੀਏ ਅਤੇ ਪਿਓ ਨੂੰ ਛੱਡ ਦਈਏ। ਦੋਨਾਂ ਦਾ ਸਤਿਕਾਰ ਜ਼ਰੂਰੀ ਹੈ। ਇਹ ਤਾਂ ਦਿਨ ਸਪੈਸ਼ਲ ਹੈ, ਅੱਜ ਦਿਨ ਸਪੈਸ਼ਲ ਨਾ ਰੱਖੀਏ, ਆਪਣੀ ਮਾਂ ਨੂੰ ਸਪੈਸ਼ਲ ਬਣਾਈਏ। ਆਪਣੀ ਮਾਂ ਸਪੈਸ਼ਲ ਸਾਡੇ ਵਾਸਤੇ ਹੋਵੇ। ਮਾਂ ਤੇਰੇ ਵਰਗਾ ਦੁਨੀਆ 'ਚ ਕੋਈ ਵੀ ਨਹੀਂ ਹੈ। ਅਤੇ ਧਿਆਨ ਰੱਖਿਓ, ਰੱਬ ਦੇ ਦੀਦਾਰ ਕਰਨੇ ਹੋਣ, ਆਪਣੀ ਮਾਂ ਦੇ ਸੋਹਣੇ ਚਿਹਰੇ ਦੇ ਦੀਦਾਰ ਕਰੀਏ ਅਤੇ ਰੱਬ ਨਜ਼ਰ ਆਏਗਾ। ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੀਏ। ਗੁਰੂ ਘਰ ਆਇਆ ਵੀ ਸਾਡਾ ਤਾਂ ਹੀ ਸਫਲਾ ਹੋਏਗਾ ਸਾਧ ਸੰਗਤ ਜੀ, ਜੇ ਘਰ ਬੈਠੇ ਹੋਏ ਜਿਹੜੇ ਦੇਵੀ ਦੇਵਤੇ ਹਨ ਨਾ, ਮਾਂ ਬਾਪ, ਜੇ ਉਹਨਾਂ ਦੀ ਆਤਮਾ ਰੱਜੀ ਹੋਏਗੀ ਅਤੇ ਗੁਰੂ ਘਰ ਆਇਆ ਵੀ ਸਾਡਾ ਸਫਲਾ ਹੋਏਗਾ। ਸਾਡਾ ਗੁਰੂ ਘਰ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲੱਗ ਜਾਏਗਾ। ਕਿਉਂਕਿ ਘਰੇ ਮਾਂ ਬਾਪ ਦੀ ਇੱਜ਼ਤ ਨਾ ਕੀਤੀ ਹੋਵੇ ਅਤੇ ਗੁਰਦੁਆਰੇ ਆ ਕੇ ਮੱਥਾ ਟੇਕੀਏ, ਲੰਗਰ ਕਰਾਈਏ, ਸੇਵਾ ਕਰੀਏ, ਇਹ ਨਹੀਂ ਲੇਖੇ ਲੱਗਣੀ, ਨਹੀਂ ਲੱਗਣੀ ਦੇਖੀ। ਸੋ ਆਓ